ਸਾਧ ਸੰਗਤ ਜੀ ਅਰਦਾਸ ਦੇ ਵਿੱਚ ਕੜਾਹ ਪ੍ਰਸ਼ਾਦ ਦੀਆਂ ਦੇਗਾਂ ਦਾ ਜ਼ਿਕਰ ਸੁਣ ਕੇ ਉਸੇ ਵੇਲੇ ਇੱਕ ਮਹਾਰਾਜ ਦੀ ਸਾਖੀ ਮੇਰੇ ਧਿਆਨ ਵਿੱਚ ਆ ਗਈ। ਇਹ ਸਾਖੀ 'ਚ ਦੱਸਿਆ ਵੀ ਕੜਾਹ ਪ੍ਰਸ਼ਾਦ 'ਚ ਕਿੰਨੀ ਤਾਕਤ ਹੁੰਦੀ ਆ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਗੁਰਤਾ ਗੱਦੀ ਦੇ ਉੱਤੇ ਬੈਠੇ ਆ। ਇੱਕ ਸਿੱਖ ਆ, ਉਹਦਾ ਨਾਮ ਆ ਭਾਈ ਕੀਰਤੀਆ। ਉਹ ਮਹਾਰਾਜ 'ਤੇ ਚੌਰ ਸਾਹਿਬ ਕਰਨ ਡਿਆ। ਇੰਨੇ ਚਿਰ ਨੂੰ ਇੱਕ ਮਦਾਰੀ ਆਇਆ, ਉਹਨੇ ਆਪਣੇ ਕੋਲ ਰਿਛ ਫੜਿਆ, ਰਿਛ ਦੇ ਗਲ 'ਚ ਰੱਸਾ ਪਾ ਕੇ ਤੇ ਉਹਨੂੰ ਲਈ ਆਉਂਦਾ। ਉਹ ਸੰਗਤ 'ਚ ਲੈ ਆਇਆ। ਸਿੰਘਾਂ ਨੇ ਪੁੱਛਿਆ ਵੀ ਤੂੰ ਇੱਥੇ ਰਿਛ ਕਾਹਦੇ ਲਈ ਲੈ ਆਇਆ ਸੰਗਤ 'ਚ? ਉਹ ਕਹਿੰਦਾ ਜੀ ਮੈਂ ਮਦਾਰੀ ਹਾਂ ਅਤੇ ਮੈਂ ਰਿਛ ਦਾ ਤਮਾਸ਼ਾ ਵਿਖਾਉਂਦਾ ਵਾਂ। ਸਿੰਘਾਂ ਨੇ ਕਿਹਾ ਵੀ ਪਹਿਲਾਂ ਮਹਾਰਾਜ ਨੂੰ ਪੁੱਛ ਲਈਏ ਵੀ ਜਿਹੜੀ ਸੰਗਤ ਹੁੰਦੀ ਆ, ਸੰਗਤ ਤੇ ਕਥਾ ਕੀਰਤਨ ਸੁਣਨ ਵਾਸਤੇ ਹੁੰਦੀ ਹੈ ਕਿ ਤਮਾਸ਼ੇ ਵੇਖਣ ਵਾਸਤੇ ਹੁੰਦੀ ਆ? ਮਹਾਰਾਜ ਨੂੰ ਪੁੱਛਿਆ ਵੀ ਸਤਿਗੁਰੂ ਜੀ, ਉਹਨਾਂ ਇੱਕ ਬੰਦਾ ਰਿਛ ਲੈ ਕੇ ਆਇਆ ਅਤੇ ਕਹਿੰਦਾ ਮੈਂ ਉਹਦਾ ਤਮਾਸ਼ਾ ਵਿਖਾਉਣਾ। ਮਹਾਰਾਜ ਜਾਣੀ ਜਾਣ ਸੀ, ਉਹਨਾਂ ਨੇ ਕੌਤਕ ਵਰਤਾਉਣਾ ਸੀ। ਮਹਾਰਾਜ ਕਹਿੰਦੇ ਉਹਨੂੰ ਕੋਈ ਲੈ ਆ, ਅਤੇ ਰਿਛ ਦਾ ਤਮਾਸ਼ਾ ਵਿਖਾਉਣ ਲੱਗ ਪਏ। ਸਾਰੀ ਸੰਗਤ ਉਧਰ ਧਿਆਨ ਅਤੇ ਵਿਚਕਾਰ ਤਮਾਸ਼ਾ ਵਿਖਾਈ ਜਾਣ। ਪਹਿਲਾਂ ਪਿੰਡਾਂ 'ਚ ਆਉਂਦੇ ਹੁੰਦੇ ਸੀ ਬਾਂਦਰ ਬਾਂਦਰੀ ਦੇ ਤਮਾਸ਼ੇ ਵਿਖਾਉਣ, ਰਿਛਾਂ ਦੇ। ਹੁਣ ਉਹ ਚੀਜ਼ਾਂ ਖਤਮ ਹੁੰਦੀਆਂ ਜਾਂਦੀਆਂ। ਹੁਣ ਸਾਡੇ ਨਿਆਣੇ TV ਦੇ ਅੱਗੇ ਨਹੀਂ ਉੱਠਦੇ ਜਾਂ ਮੋਬਾਇਲ ਵਰਤੀ ਜਾਂਦੇ ਆ। ਨਜ਼ਰ ਉਹਨਾਂ ਦੀ ਘਟੀ ਜਾਂਦੀ ਆ। ਉਹਨਾਂ ਵਿਚਾਰਿਆਂ ਨੇ ਕਿਹੜੇ ਰਿਛ ਵੇਖਣੇ ਅਤੇ ਕਿਹੜੇ ਤਮਾਸ਼ੇ ਵੇਖਣੇ ਆ। ਰਹੋ ਵਿਚਾਰ। ਉਹਨਾਂ ਰਿਛ ਦਾ ਤਮਾਸ਼ਾ ਵਿਖਾਉਣ, ਕਦੇ ਉਹਨੂੰ ਕਹਿਣ ਵੀ ਤੂੰ ਸਹੁਰੇ ਜਾਵੇਂਗਾ, ਉਹ ਭੱਜ ਪਏ ਉਧਰ ਨੂੰ। ਕਦੇ ਉਹਨੂੰ ਕਹਿਣ ਵੀ ਤੂੰ ਫਲਾਨਾ ਕੰਮ ਕਰੇਂਗਾ, ਉੱਥੇ ਬਹਿ ਜੇ। ਉਹ ਜਿੱਦਾਂ ਰਿਛਾਂ ਨੂੰ ਸਿਖਾਇਆ ਹੁੰਦਾ। ਸੰਗਤ ਬੜੀ ਖੁਸ਼ ਹੋਵੇ, ਬੜਾ ਆਨੰਦ। ਉਹ ਜਿਹੜਾ ਸਿੰਘ ਚੌਰ ਸਾਹਿਬ ਕਰਦਾ ਸੀ ਉਹ ਵੀ ਖਿੜਖੜਾ ਕੇ ਹੱਸੇ, ਵਾਹ ਵੀ ਵਾਹ, ਬਹੁਤ ਆਨੰਦ ਆ ਰਿਹਾ। ਉਹਨਾਂ ਤਮਾਸ਼ਾ ਜਦੋਂ ਨੇ ਵਿਖਾ ਲਿਆ ਅਤੇ ਮਹਾਰਾਜ ਨੇ ਉਹਦੇ ਵੱਲ ਵੇਖਿਆ, ਚੌਰ ਸਾਹਿਬ ਕਰਦੇ ਵੱਲ। ਮਹਾਰਾਜ ਕਹਿੰਦੇ ਤੂੰ ਬੜਾ ਖੁਸ਼ ਹੁੰਦਾ ਸਾਂ? ਕਹਿੰਦਾ ਜੀ ਮੈਨੂੰ ਵਧੀਆ ਬੜਾ ਲੱਗਾ। ਮਹਾਰਾਜ ਕਹਿੰਦੇ ਪਤਾ ਤੈਨੂੰ ਜਿਹੜਾ ਉਹ ਰਿਛ ਸੀ, ਜਿਹੜਾ ਤਮਾਸ਼ਾ ਵਿਖਾਉਂਦਾ, ਨੱਚਦਾ, ਭੁੜਕਦਾ, ਤੈਨੂੰ ਪਤਾ ਕੌਣ ਆ ਉਹ? ਕਹਿੰਦਾ ਜੀ ਰਿਛ ਹੀ ਆ, ਜਾਨਵਰ ਹੀ ਆ। ਮਹਾਰਾਜ ਨੇ ਕਿਹਾ ਨਹੀਂ, ਉਹ ਤੇਰਾ ਪਿਓ ਸੀ। ਉਹਨੇ ਉਸੇ ਵੇਲੇ ਚੌਰ ਸਾਹਿਬ ਰੱਖਤਾ। ਕਹਿੰਦਾ ਮਹਾਰਾਜ ਮੇਰੇ ਪਿਤਾ ਜੀ ਤਾਂ ਤੁਹਾਡੇ ਦਰਬਾਰ 'ਚ ਸੇਵਾ ਕਰਦੇ ਰਹੇ ਆ। ਮੇਰੇ ਪਿਤਾ ਜੀ ਤਾਂ ਉੱਥੇ ਗੁਰਦੁਆਰੇ 'ਚ ਤੁਹਾਡੇ 'ਤੇ ਕੜਾਹ ਪ੍ਰਸ਼ਾਦ ਬਣਾਉਂਦੇ ਰਹੇ ਆ। ਉਹ ਤਾਂ ਪ੍ਰਸ਼ਾਦ ਵਰਤਾਉਂਦੇ ਰਹੇ ਆ ਸੰਗਤ 'ਚ, ਅਤੇ ਤੁਸੀਂ ਕਹਿੰਦੇ ਹੋ ਰਿਛ ਆ। ਮਹਾਰਾਜ ਕਹਿੰਦੇ ਉਹ ਮਰਨ ਤੋਂ ਬਾਅਦ ਰਿਛ ਦੀ ਜੂਨ 'ਚ ਪੈ ਗਿਆ। ਫਿਰ ਸਤਿਗੁਰੂ ਜੀ, ਫਿਰ ਤੁਹਾਡੀ ਸੇਵਾ ਕਰਨ ਦਾ ਕੀ ਫਾਇਦਾ? ਜੇ ਤੁਹਾਡੀ ਸੇਵਾ ਕਰਕੇ ਬੰਦੇ ਨੇ ਜਾਨਵਰਾਂ ਡੰਗਰਾਂ ਦੀਆਂ ਜੂਨਾਂ 'ਚ ਹੀ ਪੈਣਾ, ਅਤੇ ਫਿਰ ਤੁਹਾਡੇ 'ਤੇ ਚੌਰ ਸਾਹਿਬ ਕਰੋ ਆਪ ਸਾਰੀ, ਫਿਰ ਸੇਵਾ ਦਾ ਕੀ ਫਾਇਦਾ? ਮਹਾਰਾਜ ਕਹਿੰਦੇ ਗਾਂ 'ਤੇ ਗੱਲ ਸੁਣ ਪਈ। ਪੁੱਛ ਵੀ ਰਿਛ ਜੂਨ 'ਚ ਪਿਆ ਕਿਉਂ? ਹਾਂਜੀ ਮਹਾਰਾਜ ਦੱਸੋ। ਸਤਿਗੁਰੂ ਜੀ ਨੇ ਦੱਸਿਆ, ਜਿਵੇਂ ਸਾਧ ਸੰਗਤ ਜੀ ਪੁਰਾਣੇ ਸਮੇਂ 'ਚ ਹੁੰਦੇ ਸੀ ਕੱਚੇ ਰਸਤੇ, ਕੱਚੇ ਪਹੇ, ਅਤੇ ਗੁਰੂ ਮਹਾਰਾਜ ਦਾ ਦਰਬਾਰ ਲੱਗਾ ਹੋਇਆ ਸੀ। ਕਿਤੇ ਸੰਗਤ ਹੋ ਰਹੀ ਸੀ। ਇੱਕ ਬੰਦਾ ਆਪਣੇ ਗੱਡੇ ਲੈ ਕੇ ਜਾ ਰਿਹਾ ਸੀ ਕੱਚੇ ਰਸਤੇ ਦੇ ਉੱਤੇ। ਮਿੱਟੀ ਘਟਾ ਉੱਡਦਾ ਪਿਆ ਸੀ। ਉਹ ਬੰਦਾ ਵਿਚਾਰਾ ਜਿਹੜਾ ਗੱਡੇ ਲੈ ਕੇ ਜਾ ਰਿਹਾ ਸੀ, ਉਹ ਵੀ ਮਿੱਟੀ ਨਾਲ ਭਰਿਆ, ਉਹਦੀ ਦਾੜੀ 'ਚ ਵੀ ਮਿੱਟੀ ਪਈ, ਮੈਲਾ ਕਚੈਲਾ, ਮੈਲੇ ਜਿਹੇ ਉਹਦੇ ਕੱਪੜੇ। ਉਹਨੇ ਵੇਖਿਆ ਵੀ ਸਾਧ ਸੰਗਤ ਹੋ ਰਹੀ ਆ ਅਤੇ ਕਿਉਂ ਨਾ ਮੈਂ ਵੀ ਮੱਥਾ ਟੇਕ ਜਾ। ਉਹਨੇ ਮੱਥਾ ਟੇਕਿਆ ਅਤੇ ਉਹ ਜਿਹੜਾ ਬੰਦਾ ਪ੍ਰਸ਼ਾਦ ਵੰਡਦਾ ਪਿਆ ਸੀ ਨਾ, ਉਹਨੂੰ ਗਾਂਹ ਹੋ ਕੇ ਕਹਿੰਦਾ ਪਹਿਲਾਂ ਮੈਨੂੰ ਦੇ ਪ੍ਰਸ਼ਾਦ। ਉਹ ਕਹਿੰਦਾ ਵੀ ਤੇਰੀ ਵਾਰੀ ਆਊਗੀ, ਬਹਿ ਜਾ ਉੱਥੇ, ਤੂੰ ਗਾਂਹ ਹੋ ਕੇ ਤੈਨੂੰ ਕਿੱਥੇ ਦੇ ਦਈਏ, ਬੈਠਾ ਰਹਿ ਉੱਥੇ। ਉਹਨੇ ਕਿਹਾ ਮੇਰੇ ਗੱਡੇ ਲੰਘ ਜਾਣੇ ਆ ਅਤੇ ਮੈਂ ਤਾਂ ਰਾਹੀ ਹਾਂ, ਮੈਂ ਗਾਂਹ ਜਾਣਾ, ਤਾਂ ਕਰਕੇ ਮੈਨੂੰ ਪ੍ਰਸ਼ਾਦ ਪਹਿਲਾਂ ਦੇ ਦਿਓ। ਉਹ ਜਿਹੜਾ ਵਰਤਾਉਣ ਵਾਲਾ ਸੀ ਨਾ, ਉਹ ਥੋੜ੍ਹਾ ਜਿਹਾ ਗੁੱਸੇ 'ਚ ਆ ਗਿਆ। ਕਹਿੰਦਾ ਟਿਕ ਕੇ ਬਹਿ ਜਾ, ਤੂੰ ਐਵੇਂ ਰਿਛ ਵਾਂਗੂ ਭੁੜਕੀ ਜਾਣਾ। ਉਹ ਬੰਦੇ ਨੇ ਨਾ ਇੰਨਾ ਕੁ ਬਚਨ ਕਿਹਾ ਅਤੇ ਕੜਾਹ ਪ੍ਰਸ਼ਾਦ ਦਾ ਨਿੱਕਾ ਜਿਹਾ ਕਿਣਕਾ ਥੱਲੇ ਡਿੱਗਾ ਸੀ। ਉਹਨੇ ਉਹੀ ਚੁੱਕ ਕੇ ਮੂੰਹ 'ਚ ਪਾਇਆ ਅਤੇ ਕਹਿੰਦਾ ਮਹਾਰਾਜ ਮੈਨੂੰ ਇਹਦੇ 'ਚ ਹੀ ਬਰਕਤਾਂ ਪਾਓ। ਅਤੇ ਮਹਾਰਾਜ ਤੁਹਾਡੇ ਸੇਵਾਦਾਰ ਇਹੋ ਜਿਹੇ ਹੁੰਦੇ ਆ ਵੀ ਜਿਹੜੇ ਕਿਸੇ ਨਾਲ ਸਿੱਧੇ ਮੂੰਹ ਬੋਲਦੇ ਹੀ ਨਹੀਂ। ਕੱਲ੍ਹ ਮੈਂ ਇੱਕ ਗੁਰਦੁਆਰੇ 'ਚ ਗਿਆ ਅਤੇ ਇੱਕ ਇੱਥੇ ਦਫ਼ਤਰ ਸੀ ਅਤੇ ਇੱਥੇ ਉਹਨਾਂ ਦਾ ਰਸੋਈ ਸੀ। ਅਤੇ ਮੈਂ ਕਿਹਾ ਪਤਾ ਨਹੀਂ ਕਿੱਧਰ ਬੰਦੇ ਨੇ, ਮੈਂ ਰਸੋਈ ਦਾ ਬੂਹਾ ਖੋਲ੍ਹਿਆ ਅਤੇ ਅੱਗੇ ਕੋਈ ਸੇਵਾਦਾਰ, ਅਤੇ ਮੈਂ ਉਹਨੂੰ ਫਤਿਹ ਬੁਲਾਈ। ਉਹਨੇ ਫਤਿਹ ਦਾ ਜਵਾਬ ਵੀ ਨਹੀਂ ਦਿੱਤਾ। ਮੈਂ ਉਹਨੂੰ ਕਿਹਾ ਵੀ ਫਲਾਣੇ ਸਿੰਘ ਨੂੰ ਮਿਲਣਾ, ਉਹਨੇ ਇਸ਼ਾਰੇ ਨਾਲ ਕਹਿੰਦਾ ਵੀ ਉੱਧਰ ਆ।
ਵੀ ਉਹ ਬੋਲੇ ਤੱਕ ਵੀ ਨਹੀਂ। ਅੱਜ ਵੀ ਸਾਡੇ 'ਚ ਕਈ ਵਾਰੀ ਬੰਦੇ ਸੀ ਵੀ ਭਲੇ ਉਹ ਤੁਹਾਨੂੰ ਕੋਈ ਫਤਿਹ ਬੁਲਾਉਂਦਾ, ਉਹਨੂੰ ਫਤਿਹ ਦਾ ਜਵਾਬ ਦਿਓ, ਰਹੋ ਵਿਚਾਰ। ਅਤੇ ਹੁਣ ਵੈਸੇ ਤਾਂ ਗੱਲਾਂ ਕਰਦੇ ਹੋਣਗੇ, ਪਰ ਉਹ ਸੰਗਤ ਦੇ ਨਾਲ ਕਿੱਦਾਂ ਦੀ ਡੀਲ ਕਰਦੇ ਤੁਸੀਂ ਜਾਣਦੇ ਹੀ ਹੋ। ਅਤੇ ਉਹ ਬੰਦਾ ਕਹਿੰਦਾ ਵੀ ਰਿਛ ਦੀ ਜੂਨ 'ਚ ਪਵੇਂ ਤੂੰ, ਮੈਂ ਤਾਂ ਮਹਾਰਾਜ ਦਾ ਸਿੱਖ ਹਾਂ। ਅਤੇ ਉਹ ਨਿੱਕਾ ਜਿਹਾ ਭੋਰਾ ਚੁੱਕ ਕੇ ਤੁਰ ਗਿਆ। ਮਹਾਰਾਜ ਕਹਿੰਦੇ ਉਹ ਪ੍ਰਸ਼ਾਦ ਵਰਤਾਉਣ ਵਾਲਾ ਬੰਦਾ ਹੋਰ ਕੋਈ ਨਹੀਂ, ਤੇਰਾ ਪਿਓ ਸੀ। ਉਹ ਸੰਗਤ ਨੂੰ ਇੱਦਾਂ ਰੁੱਖਾ ਬੋਲਿਆ। ਉਹ ਗੁਰਮੁਖ ਪਿਆਰੇ ਪੂਜੀ ਆਤਮਾ ਨੇ ਬਚਨ ਕਰ ਦਿੱਤਾ, ਅਤੇ ਤਾਂ ਕਰਕੇ ਰਿਛ ਦੀ ਜੂਨ 'ਚ ਪਿਆ ਵਾ। ਉਹ ਗੁਰਸਿੱਖ ਦਾ ਬਚਨ ਹੋਇਆ ਵਾ। ਅਤੇ ਫਿਰ ਉਹ ਕਹਿੰਦਾ ਮਹਾਰਾਜ ਹੁਣ, ਮਹਾਰਾਜ ਕਹਿੰਦੇ ਲਿਆਓ ਕੜਾਹ ਪ੍ਰਸ਼ਾਦ। ਉਹ ਰਿਛ ਨੂੰ ਨਾ ਕੜਾਹ ਪ੍ਰਸ਼ਾਦ ਲੈ ਕੇ ਗੱਫਾ ਦਿੱਤਾ, ਉਹਦੀ ਕਾਇਆ ਪਲਟੀ, ਉਹਦੀ ਮੁਕਤੀ ਹੋਈ। ਤੋ ਕਹਿੰਦਾ ਭਾਵ ਮਹਾਰਾਜ ਦੇ ਕੜਾਹ ਪ੍ਰਸ਼ਾਦ 'ਚ ਇੰਨੀਆਂ ਤਾਕਤਾਂ, ਇੰਨਾ ਕੁਝ ਛੁਪਿਆ ਹੋਇਆ ਵਾ। ਰਹੋ ਵਿਚਾਰ। ਸਾਧ ਸੰਗਤ ਜੀ, ਆਪ ਸੰਗਤਾਂ ਚਾਹ ਪਾਣੀ ਛਕੋ ਅਤੇ ਮੈਂ ਥੋੜ੍ਹੀ ਜਿਹੀ ਕਥਾ ਮਹਾਰਾਜ ਦੀ ਕਰ ਲਵਾਂ। ਜੱਟਪੁਰੇ ਤੋਂ ਵਿਦਾਇਗੀ ਵੇਲੇ ਰਾਏ ਕੱਲੇ ਨੂੰ ਦਸ਼ਮੇਸ਼ ਜੀ ਦਾ ਕਹਿਣਾ। ਮਾਹੀ ਰਾਏ ਕੱਲੇ ਨੂੰ ਆਖਰ ਨਾਲ ਕਲੇਜੇ ਲਾ ਕੇ, ਕਲਗੀਧਰ ਜੀ ਆਖਣ ਲੱਗੇ ਇਸ ਤਰ੍ਹਾਂ ਸਮਝਾ ਕੇ, ਪ੍ਰੀਤੀ ਵਾਨੋ ਦਿਓ ਵਿਦਾਇਗੀ ਅਗਲਾ ਪੰਧ ਮੁਕਾਈਏ, ਜਿੱਧਰ ਉਸ ਦਾ ਭਾਣਾ ਹੋਵੇ ਉੱਧਰ ਤੁਰਦੇ ਜਾਈਏ। ਮੇਰੇ ਲਈ ਤੁਸਾਂ ਜੋ ਕੀਤੀ ਦਿਲ ਤੋਂ ਨਾ ਉਹ ਲੈਣੀ, ਬਣ ਕੇ ਯਾਦ ਭਰੀਤ ਤੁਹਾਡੀ ਵਸਦੀ ਅੰਦਰ ਰਹਿਣੀ। ਮੁਗਲ ਰਾਜ ਦੇ ਹੁੰਦੇ ਇੱਥੇ ਸਿੱਕੇ ਤੇ ਧਰ ਡਰ ਨੂੰ, ਤੁਸਾਂ ਬਿਠਾਇਆ ਕੋਲ ਆਪਣੇ ਬਾਗੀ ਕਲਗੀਧਰ ਨੂੰ। ਮੇਰੇ ਨਾਲ ਸਦਾ ਦੀ ਮਿੱਤਰੋ ਸਾਂਝ ਤੁਸਾਂ ਇਹ ਪਾਈ, ਫਿਰਕੇਦਾਰੀ ਦੀ ਗੱਲ ਸਾਰੀ ਦੋਹਾਂ ਦਿਲੋਂ ਭੁਲਾਈ। ਜਿਸ ਫਿਰਕੇਦਾਰੀ ਤਾਈ ਹਿੰਦੀ ਦਿਲੋਂ ਭੁਲਾਵਣ, ਕਦੇ ਗੁਲਾਮ ਸਦਾਵਣ ਨਾਹੀ ਧੱਕੇ ਮੂਲ ਨਾ ਖਾਵਣ। ਹਿੰਦ ਵਤਨ ਹਿੰਦੀ ਹਾਂ ਸਾਰੇ ਜੇ ਜਾਣਨ ਹਿੰਦ ਵਾਲੇ, ਕਿਉਂ ਡੱਸਣ ਪਰਦੇਸੀ ਸਾਨੂੰ ਫਨੀਅਰ ਬਣ ਬਣ ਕਾਲੇ। ਹੱਛਾ ਰੱਬ ਕਰੇਗਾ ਆਖਰ ਅਕਲ ਹਿੰਦ ਨੂੰ ਆਸੀ, ਸਿੱਖ ਹਿੰਦੂ ਮੋਮਨ ਰਲ ਬੈਸਣ ਹੋਸੀ ਬੰਦ ਖਲਾਸੀ। ਤੀਰ ਏਤਨਾ ਆਖ ਗੁਰੂ ਜੀ ਪਾਣ ਲੱਗੇ ਜਾਂ ਚਾਲੇ, ਮਾਹੀ ਅਤੇ ਰਾਏ ਕੱਲੇ ਦੇ ਖਾ ਗਏ ਨੈਣ ਉਛਾਲੇ। ਸ਼੍ਰੀ ਦਸ਼ਮੇਸ਼ ਜੀ ਦੀਨੇ ਪਿੰਡ ਵਿੱਚ। ਜੱਟਪੁਰੇ ਤੋਂ ਦੀਨੇ ਅੰਦਰ ਆ ਗਏ ਸਤਿਗੁਰ ਪਿਆਰੇ, ਉੱਥੇ ਮਿਲ ਪੈ ਤਿੰਨੇ ਸਿਦਕੀ ਪ੍ਰੀਤਾਂ ਦੇ ਵਣਜਾਰੇ। ਤਖਤ ਮਲ ਲਖਮੀਰ ਸ਼ਮੀਰਾ ਤਿੰਨੇ ਸੱਕੇ ਭਾਈ, ਤਿੰਨਾਂ ਆਣ ਹਜ਼ੂਰੀ ਅੰਦਰ ਗੁਰ ਨੂੰ ਧੌਣ ਨਿਵਾਈ। ਸੇਵਾ ਕੀਤੀ ਸਦਕੇ ਹੋਏ ਕਿਹਾ ਗਰੀਬ ਨਿਵਾਜੋ, ਸਿਰ ਅੱਖਾਂ 'ਤੇ ਆਸਨ ਲਾਓ ਮਹਿਲੀਂ ਚੱਲ ਬਿਰਾਜੋ। ਅਸੀਂ ਆਪ ਦੇ ਘਰ ਦੇ ਗੋਲੇ ਲੱਖ ਵਾਰੀ ਬਲਿਹਾਰੇ, ਜਾਣੀ ਜਾਣ ਜਿਉ ਸੁਣ ਲੀਤੇ ਚੋਜ ਆਪ ਦੇ ਸਾਰੇ। ਹੁਣ ਨਾ ਕਸ਼ਟ ਸਹਾਰੋ ਦਾਤਾ ਸੁਖ ਦੇ ਦਿਨ ਬਿਤਾਓ, ਘਰ ਸਾਡੇ ਅੰਦਰ ਚੱਲ ਕੇ ਨੂਰੀ ਜੋਤ ਜਗਾਓ। ਤੀਰ ਇਸ ਤਰ੍ਹਾਂ ਤਿੰਨਾਂ ਵੀਰਾਂ ਬੋਲ ਪ੍ਰੇਮ ਦੇ ਬੋਲੇ, ਕਲਗੀਧਰ ਨੇ ਸੁਣ ਕੇ ਮੂੰਹ ਤੋਂ ਏਦਾਂ ਮੋਤੀ ਰੋਲੇ। ਸ਼੍ਰੀ ਦਸ਼ਮੇਸ਼ ਜੀ ਨੇ ਤਿੰਨਾਂ ਭਰਾਵਾਂ ਨੂੰ ਆਖਿਆ, ਬੋਲੇ ਸ਼੍ਰੀ ਦਸ਼ਮੇਸ਼ ਦਿਆਲੂ ਸੱਜਣੋ ਸੋਚ ਦੁੜਾਓ, ਇਸ ਵੇਲੇ ਕਿਹੜੀ ਗੱਲ ਅੰਦਰ ਆਵੇ ਨਿਗਾਹ ਬਚਾਓ। ਜੇਕਰ ਆਪਣੇ ਘਰ ਵਿੱਚ ਮੈਨੂੰ ਅੱਜ ਕੱਲ੍ਹ ਤੁਸੀਂ ਟਿਕਾਸੋ, ਭੰਗ ਦੇ ਪਹਾੜੇ ਨਾਲ ਮੇਰੇ ਹੀ ਐਵੇਂ ਮਾਰੇ ਜਾਸੋ। ਸ਼ਾਹੀ ਫੌਜ ਪਈ ਹੈ ਲੱਭਦੀ ਕਰ ਗੁਜ਼ਰੇਗੀ ਕਾਰੇ, ਆਟੇ ਨਾਲ ਪਿਸੋਗੇ ਘੁਣ ਜਿਉ ਤਿੰਨੇ ਵੀਰ ਪਿਆਰੇ। ਇਸ ਲਈ ਭੁੱਲ ਜਾਵੋ ਮੈਨੂੰ ਜਾਣ ਦਿਓ ਹੁਣ ਅੱਗੇ, ਐਵੇਂ ਆਟੇ ਨਾਲ ਪਿਆ ਨਾ ਕਿਤੇ ਭਲੇਥਣ ਲੱਗੇ। ਤੀਰ ਵੀਰ ਦਸ਼ਮੇਸ਼ ਗੁਰੂ ਨੇ ਜਾਏ ਬਚਨ ਸੁਣਾਏ,
ਤਖਤ ਮਲ ਲਖਮੀਰ ਸ਼ਮੀਰਾ, ਫਿਰ ਤਿੰਨੇ ਕਿਗਿਆਏ। ਤਿੰਨਾਂ ਸਿਦਕੀਆਂ ਨੇ ਆਖਿਆ, ਹੱਥ ਜੋੜ ਕੇ ਕਿਹਾ ਸ਼ਮੀਰੇ ਸਭ ਕੁਝ ਸਦਕੇ ਕਰਸਾਂ। ਜਾਣੀ ਜਾਣ ਆਪ ਦੀ ਖਾਤਰ, ਤਿੰਨੇ ਹੱਸ ਕੇ ਮਰਸਾਂ। ਮਿਹਰ ਆਪ ਦੀ ਹੋਵੇ ਜੇਕਰ, ਫੇਰ ਹਾਰ ਨਹੀਂ ਸਕਦੇ। ਆਪ ਉਤੋਂ ਕੀ ਬਣੀਆਂ ਵੇਲੇ, ਜਾਣ ਵਾਰ ਨਹੀਂ ਸਕਦੇ। ਚਿੰਤਾ ਕਰੋ ਨਾ ਮਾਸਾ ਦਾਤਾ, ਤਿੰਨੇ ਸਦਕੇ ਹੋਸਾਂ। ਜੇਕਰ ਰਣ ਦੀ ਨੌਬਤ ਆਈ, ਤਿੰਨੇ ਨੱਚ ਖਲੋਸਾਂ। ਪਹਿਲੇ ਆਪ ਹੋਵਾਂਗੇ ਸਦਕੇ ਸ਼ਾਨ ਆਪ ਦੀ ਖਾਤਰ, ਵਾਰ ਦਿਆਂਗੇ ਤਿੰਨੇ ਜਾਨਾਂ ਜਾਨ ਆਪ ਦੀ ਖਾਤਰ। ਮਾਤਾ ਪਿਤਾ ਤੇ ਪੁੱਤਰ ਸੇਵਕ ਸਭ ਆਪ ਨੇ ਵਾਰੇ, ਕਿਉਂ ਕੁਰਬਾਨੀ ਕਰਨੋਂ ਝਕੀਏ ਬਣ ਕੇ ਅਸੀਂ ਨਿਕਾਰੇ। ਜੇ ਹੋਵੇ ਲੱਖ ਵਾਰੀ, ਹੋਵੇ ਟਹਿਲ ਅਸਾਂ ਹੈ ਕਰਨੀ। ਮੌਤ ਆਏ ਤਾਂ ਸਿਰ ਅੱਖਾਂ ਤੇ, ਸੀਸ ਟਿਕਾਣਾ ਚਰਨੀ। ਤੀਰ ਇਸ ਤਰ੍ਹਾਂ ਤਿੰਨਾਂ ਕਹਿ ਕੇ, ਭਰ ਕੇ ਨੈਣ ਵਹਾਏ। ਦੇਸ਼ ਭਗਤ ਦਸ਼ਮੇਸ਼ ਗੁਰੂ ਨੂੰ ਆਪਣੇ ਘਰ ਲੈ ਆਏ। ਸ਼ਮੀਰੇ ਤੇ ਉਸਦੇ ਭਰਾਵਾਂ ਦੀ ਬਹਾਦਰੀ। ਥੋੜੇ ਦਿਨ ਹੋਏ ਸੀ ਐ, ਪਰ ਪਰਖ ਪਈ ਇਉਂ ਆ ਕੇ। ਦੀਨੇ ਵਿੱਚ ਦਸ਼ਮੇਸ਼ ਲੁਕੇ ਨੇ, ਚੁਗਲਾਂ ਦੱਸਿਆ ਜਾ ਕੇ। ਸੁਣਦੇ ਹੀ ਝਟ ਖਾਨ ਵਜੀਦੇ, ਸ਼ਾਹੀ ਹੁਕਮ ਚੜਾਇਆ। ਲੈ ਕੇ ਇੱਕ ਦੂਤ ਸਰਕਾਰੀ, ਕੋਟ ਸ਼ਮੀਰੇ ਆਇਆ। ਲਿਖਿਆ ਕਿ ਸਾਡਾ ਹੈ ਬਾਗੀ ਕੋਲ, ਤੁਹਾਡੇ ਵੱਸ ਦਾ। ਹਾਜ਼ਰ ਕਰੋ ਕਚਹਿਰੀ ਅੰਦਰ, ਫਿਰਦਾ ਹੈ ਉਹ ਨੱਸਦਾ। ਐ ਪਰ ਰਿਹਾ ਸ਼ਮੀਰਾ ਪੱਕਾ ਉੱਤਰ, ਉਸ ਇਹ ਲਿਖਿਆ। ਬਾਗੀ ਨਹੀਂ ਮੁਰਸ਼ਦ ਹੈ ਸਾਡਾ, ਜਿਸ ਤੋਂ ਲੀਤੀ ਸਿੱਖਿਆ। ਮੁਰਸ਼ਦ ਤਾਈਂ ਅੱਖੀਆਂ ਅੰਦਰ, ਆਦਰ ਨਾਲ ਬਿਠਾਣਾ। ਲੱਗ ਕੇ ਮੂਲ ਤੁਹਾਡੇ ਆਖੇ, ਕੈਦ ਨਹੀਂ ਕਰਵਾਣਾ। ਇਹ ਗੱਲ ਹੋ ਸਕੇ ਨਾ ਸਾਥੋਂ, ਜੋ ਹੋਣੀ ਸੋ ਹੋਵੇ। ਮੁਰਦਾ ਹੈ ਜੋ ਮੁਰਸ਼ਦ ਤਾਈਂ, ਦੁੱਖ ਦੇ ਮੂੰਹ ਵਿੱਚ ਢੋਵੇ। ਅਸੀਂ ਤਿਆਰ ਵੀ ਰਹਾਂ ਤਿੰਨੇ, ਜੋ ਕਰਨੀ ਸੋ ਕਰ ਲੈ। ਜ਼ੋਰ ਪਏ ਤਾਂ ਨਾਲ ਗੁਰਾਂ ਦੇ, ਸਾਨੂੰ ਬੇਸ਼ੱਕ ਧਰ ਲੈ। ਇਹ ਜਵਾਬ ਗਿਆ ਜਾਂ ਘੱਲਿਆ, ਚਾਲ ਸ਼ਮੀਰੇ ਕੀਤੀ। ਸੂਈਏ ਨੂੰ ਸਰਹੰਦ ਟੋਰਿਆ, ਦੱਸੇ ਆ ਕੇ ਬੀਤੀ। ਉਸਨੇ ਆ ਕੇ ਗੱਲ ਸੁਣਾਈ, ਹੁਕਮ ਚੜ੍ਹਨ ਦਾ ਹੋਇਆ। ਪਰ ਨਾ ਫੌਜ ਚੜ੍ਹੀ ਇਸ ਪਾਸੇ, ਭੇਦ ਕੋਈ ਹੈ ਗੋਇਆ। ਤੀਰ ਵੇਖ ਕੇ ਠੰਡਕ ਵਰਤੀ, ਸ਼ੁਕਰ ਸਾਈਂ ਦਾ ਸਦਕੇ। ਅੱਗੇ ਕੌਤਕ ਹੋਰ ਵੇਖ ਲਓ, ਦਾਤੇ ਕਲਗੀ ਧਰ ਦੇ। ਦੀਨੇ ਵਿੱਚ ਦਸ਼ਮੇਸ਼ ਜੀ ਦੇ ਦਰਬਾਰ। ਥੋੜੇ ਦਿਨ ਟਿਕੇ ਵਿੱਚ ਦੀਨੇ ਜਾਂ ਕਲਗੀ ਧਰ ਪਿਆਰੇ। ਆ ਗਏ ਉੱਥੇ ਵੀ ਸੁਣ ਸੁਣ ਕੇ, ਪ੍ਰੀਤਾਂ ਦੇ ਵਣਜਾਰੇ। ਸੰਤ ਸੂਰਮੇ ਅੰਮ੍ਰਿਤ ਧਾਰੀ, ਸ਼ਸਤਰ ਬੱਧ ਸਿਪਾਹੀ। ਹੋ ਗਏ ਫੇਰ ਇਕੱਠੇ ਆ ਕੇ, ਦੇਸ਼ ਭਗਤ ਉਤਸ਼ਾਹੀ। ਇਹ ਸਨ ਰਣ ਵਿੱਚ ਮਰਦਾਂ ਵਾਂਗੂ, ਤੇਗਾਂ ਮਾਰਨ ਵਾਲੇ। ਸਨਮੁਖ ਲੜ ਕੇ ਜੂਝਣ ਵਾਲੇ, ਜਾਨਾਂ ਵਾਰਨ ਵਾਲੇ। ਕੁਝ ਬੈਰਾੜ ਸੂਰਮੇ ਯੋਧੇ, ਤੇ ਮਲਵਈ ਹਠੀਲੇ। ਨੌਕਰ ਰੱਖੇ ਕਲਗੀ ਧਰ ਨੇ, ਤਲਬਾਂ ਬੰਨ ਵਸੀਲੇ। ਜਾਣੀ ਜਾਣ ਜਾਣਦੇ ਹੈ ਸਨ, ਫੌਜ ਆਈ ਕਿ ਆਈ। ਟਲ ਨਹੀਂ ਸਕਦੀ ਸਾਡੇ ਸਿਰ ਤੋਂ, ਬਹੁਤੀ ਦੇਰ ਲੜਾਈ। ਵੀਰ ਗੁਰੂ ਦਸ਼ਮੇਸ਼ ਨਹੀਂ ਸਨ, ਜੰਗ ਕੋਲੋਂ ਛੁੱਟ ਸਕਦੇ। ਨਾ ਹੀ ਸਨ ਹਥਿਆਰ ਹੱਥ ਚੋਂ, ਈਨ ਮਨ ਸੁੱਟ ਸਕਦੇ। ਇਹ ਖਿਆਲ ਨਹੀਂ ਸੀ ਆਇਆ ਕਦੇ ਆਪ ਦੇ ਅੰਦਰ, ਮੰਨ ਕੇ ਈਨ ਬਚਾਈਏ ਆਪਣੇ ਪੁੱਤਰ, ਧਨ ਤੇ ਮੰਦਰ। ਚੜ੍ਹਦੀ ਕਲਾ ਰਹੀ ਸਤਿਗੁਰ ਦੀ, ਸਦਾ ਜਲਾਲੀ ਚਿਹਰਾ। ਤਾਈਏ ਤਾਂ ਕੁਰਬਾਨੀ ਵਾਲਾ, ਸੋਭੇ ਸਿਰ ਤੇ ਸਿਹਰਾ। ਭਾਵੇਂ ਪੂਰੀ ਆਨੰਦ ਵੀ ਉਜੜੀ, ਉਜੜੇ ਚੋਜ ਤਮਾਸ਼ੇ। ਪਰ ਦਸ਼ਮੇਸ਼ ਸਦਾ ਹੀ ਜੀਵੇ, ਸਾਹਿਬ ਦੇ ਪਰਵਾਸੇ।
ਭਾਵੇਂ ਦੁੱਖ ਕਲੇਸ਼ਾਂ ਭਰੀਆਂ ਚੜ ਚੜ ਕਾਂਗਾਂ ਆਈਆਂ। ਭਾਵੇਂ ਪੁੱਤਰ ਕੋ ਮਾਰੇ ਬੱਕਰੇ ਵਾਂਗ ਕਸਾਈਆਂ। ਭਾਵੇਂ ਤੁਰ ਗਏ ਸਿੱਖ ਸੂਰਮੇ ਜਿੰਦ ਨਾਲੋਂ ਵੀ ਪਿਆਰੇ। ਭਾਵੇਂ ਕੋਲ ਰਹੇ ਨਾ ਆਖਰ ਪ੍ਰੀਤਾਂ ਦੇ ਵਣਜਾਰੇ। ਭਾਵੇਂ ਭੁੱਖਾਂ ਝੱਲ ਝੱਲ ਕੇ ਹੋਇਆ ਤਨ ਨਿਸੱਤਾ। ਭਾਵੇਂ ਦੁਸ਼ਮਣ ਬਣਿਆ ਦਿਲ ਤੋਂ ਹਰ ਰੁੱਖ ਪੱਤਾ ਪੱਤਾ। ਭਾਵੇਂ ਟੁਰ ਟੁਰ ਨੰਗੇ ਪੈਰੀ ਪੈ ਗਏ ਕਹਿਰੀ ਛਾਲੇ। ਪਰ ਨਾ ਮੂਲ ਡੁਲਾਇਆ ਦਿਲ ਨੂੰ ਹਠੀਏ ਕਲਗੀ ਵਾਲੇ। ਭਾਰਤ ਲਈ ਪਿਆਰੀ ਮਾਤਾ ਵੇਖੋ ਹੱਸ ਕੇ ਵਾਰੀ। ਲੁੱਟੀ ਗਈ ਸਮੇਤ ਕਬੀਲੇ ਭਾਵੇਂ ਪੂੰਜੀ ਸਾਰੀ। ਤਾਂ ਵੀ ਦੇਸ਼ ਭਗਤ ਗੁਰ ਮੇਰਾ ਵੇਖੋ ਰਤਾ ਨਾ ਚਵਿਆ। ਥੱਕਾ ਟੁੱਟਾ ਭੁੱਖਾ ਭਾਣਾ ਸੱਥਰਾਂ ਉੱਤੇ ਸਵਿਆ। ਦੇਸ਼ ਪ੍ਰੇਮ ਦੀ ਜੋਤ ਅਨੋਖੀ ਹਿੰਦੀਆਂ ਲਈ ਜਗਾਈ। ਦੀਨ ਦੁਖੀ ਦੀ ਹਮਦਰਦੀ ਦੀ ਸੋਹਣੀ ਚਾਚ ਸਿਖਾਈ। ਜਿਸ ਦਿਨ ਭੁੱਲੇ ਹਿੰਦੀਆਂ ਤਾਈ ਪ੍ਰੇਮ ਇਉਂ ਨਾ ਆਸੀ। ਉਸ ਦਿਹਾੜੇ ਭਾਰਤ ਦੇ ਗਲ ਸੰਗਲ ਕੋਈ ਨਾ ਪਾਸੀ। ਜਿਸ ਦਿਨ ਕਰਸਨ ਹਿੰਦੀ ਰਲ ਕੇ ਕੌਮ ਲਈ ਕੁਰਬਾਨੀ। ਜਿਸ ਦਿਨ ਬਣਸਨ ਵੀਰ ਪਿਆਰੇ ਸਾਰੇ ਹਿੰਦੁਸਤਾਨੀ। ਜਿਸ ਦਿਨ ਕਲਗੀਧਰ ਦੇ ਵਾਂਗੂ ਕਰਨੀ ਰਲ ਕੇ ਕਰਸਨ। ਜਿਸ ਦਿਨ ਇਕੱਠੇ ਹੋ ਕੇ ਜੀਸਨ। ਜਿਸ ਦਿਨ ਰਲ ਕੇ ਮਰਸਨ। ਤੀਰ ਜਾਣ ਲਓ ਉਸੇ ਦਿਨ ਤੋਂ ਹਿੰਦ ਗੁਲਾਮ ਨਾ ਰਹਿਣਾ। ਹਿੰਦੀਆਂ ਨੂੰ ਜਦ ਹਿੰਦ ਦੀ ਖਾਤਰ ਆ ਗਿਆ ਰਲ ਕੇ ਬਹਿਣਾ। ਇੱਥੋਂ ਗੁਰੂ ਮਹਾਰਾਜ ਨੇ ਪਾਤਸ਼ਾਹ ਵੱਲੋਂ ਤੀਜੀ ਚਿੱਠੀ ਤੇ ਸਤਿਗੁਰਾਂ ਦਾ ਜਵਾਬ। ਔਰੰਗਜ਼ੇਬ ਨੇ ਤੀਸਰੀ ਚਿੱਠੀ ਲਿਖੀ ਇੱਥੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੂੰ। ਦੀਨੇ ਵਿੱਚ ਹੀ ਸਤਿਗੁਰ ਸੱਚੇ ਜਦ ਕੌਤਕ ਸੀ ਕਰਦੇ। ਆਣ ਆਣ ਜਦ ਸਾਧਕ ਭੌਰੇ ਮਹਿਕ ਮਾਨ ਸੀ ਤਰਦੇ। ਕਰਦੇ ਸੀ ਗੁਜਰੀ ਦੇ ਚਾਨਣ ਮੁੜ ਜਾ ਨਵੀਂ ਤਿਆਰੀ। ਜੋੜ ਰਹੇ ਸੀ ਫੌਜ ਅਕਾਲੀ ਜਦ ਮੁੜ ਕੇ ਉਪਕਾਰੀ। ਇਸ ਸਮੇਂ ਵਿੱਚ ਇੱਕ ਏਲਚੀ ਦਿੱਲੀ ਤੋਂ ਫਿਰ ਆਇਆ। ਔਰੰਗਜ਼ੇਬ ਕੱਲੀ ਜੋ ਚਿੱਠੀ ਸਤਿਗੁਰ ਕੋਲ ਲਿਆਇਆ। ਦੋ ਸੀ ਪੂਰੀ ਆਨੰਦ ਦੇ ਅੰਦਰ ਆਈਆਂ ਸਤਿਗੁਰ ਲਈਆਂ। ਤੀਜੀ ਇਹ ਆਈ ਵਿੱਚ ਦੀਨੇ ਧੁੰਮਾਂ ਜਿਸ ਦੀਆਂ ਪਈਆਂ। ਇਸ ਵਿੱਚ ਵੀ ਲਿਖਿਆ ਹੈ ਸੀ ਉਹ ਭਾਵ ਪੁਰਾਣਾ। ਮੈਂ ਨਹੀਂ ਚਾਹੁੰਦਾ ਆਪ ਜੀਓ ਨੂੰ ਅੱਗੋਂ ਲਈ ਦੁਖਾਣਾ। ਪਿੱਛੇ ਜੋ ਬੀਤੀ ਸੋ ਬੀਤੀ ਬੀਤੀ ਨੂੰ ਭੁੱਲ ਜਾਓ। ਮੇਰੀ ਚਾਹ ਦਿਲੋਂ ਹੈ ਗੁਰ ਜੀ ਦਿੱਲੀ ਵਿੱਚ ਜੇ ਆਓ। ਦੋਵੇਂ ਰਲ ਕੇ ਇਕੱਠੇ ਬਹਿ ਕੇ ਕਰੀਏ ਸੁਲਾ ਸਫਾਈ। ਮੇਲ ਸਦਾ ਹੀ ਚੰਗਾ ਹੁੰਦਾ ਚੰਗੀ ਨਹੀਂ ਲੜਾਈ। ਲਾਲ ਆਪ ਦੇ ਮਰ ਜਾਵਣ ਦਾ ਸੱਲ ਕਲੇਜੇ ਮੈਨੂੰ। ਕਸਮ ਖੁਦਾ ਦੀ ਚੇਤੇ ਕਰਕੇ ਵੱਜਦੇ ਨੇਜੇ ਮੈਨੂੰ। ਜੈਸੀ ਮਾਂ ਤੁਹਾਡੀ ਹੈ ਸੀ ਤੈਸੀ ਮਾਂ ਅਸਾਡੀ। ਆਦਰ ਜੋਗ ਸਬਸ ਦੀ ਅੰਮਾ ਹਿੱਤ ਦੀ ਥਾਂ ਅਸਾਡੀ। ਸੁਣਿਆ ਮੈਂ ਜਦ ਵਿੱਚ ਬੁਰਜ ਦੇ ਹੌਕਾ ਲੈ ਕੇ ਮੋਈ। ਸੱਚ ਮੰਨਣਾ ਸੁਣ ਇਹ ਘਟਨਾ ਰੋ ਰੂ ਮੇਰੀ ਸੀ ਰੋਈ। ਪਰ ਇਹ ਹੋ ਗਈ ਹੱਥ ਨਾ ਆਵੇ ਕਹਿੰਦੇ ਸਾਰੇ ਦਾਨੇ। ਅੱਗੋਂ ਲਈ ਤੀਰ ਜੀ ਆਵੇ ਪੱਕੇ ਪੈਣ ਜਰਾਨੇ। ਔਰੰਗਜ਼ੇਬ ਦੀ ਇਸ ਸਮੇਂ ਦੀ ਜਿਹੜੀ ਹਾਲਤ ਸੀ ਉਹ ਕਿੱਦਾਂ ਦੀ ਸੀ? ਕਵੀ ਜੀ ਲਿਖਦੇ ਨੇ, ਹੋ ਸਕਦਾ ਹੈ ਢਲਿਆ ਹੋਵੇ ਆਲਮਗੀਰ ਫੁਲਾਦੀ। ਹੋ ਸਕਦਾ ਹੈ ਖਿਜਿਆ ਹੋਵੇ ਵੇਖ ਵੇਖ ਬਰਬਾਦੀ। ਹੋ ਸਕਦਾ ਹੈ ਆਖਿਆ ਹੋਵੇ ਉਸ ਵਜੀਦੇ ਤਾਈ। ਹੁਣ ਕਦੇ ਨਾ ਕਲਗੀਧਰ ਤੇ ਸ਼ਾਹੀ ਫੌਜ ਚੜ੍ਹਾਈ। ਹੋ ਸਕਦਾ ਹੈ ਚਾਹਿਆ ਉਸਨੇ ਵੈਰ ਗਵਾਣਾ ਹੋਵੇ। ਹੋ ਸਕਦਾ ਹੈ ਸਿੱਧੇ ਰਾਹ ਉਸ ਚਾਹਿਆ ਆਣਾ ਹੋਵੇ। ਪਰ ਇਤਬਾਰ ਜਿਹਦਾ ਉੱਡ ਜਾਵੇ ਉਹਨੇ ਲੁਟਾਇਆ ਤੋਸਾ। ਉਸ ਦੇ ਉੱਤੇ ਦਾਨੇ ਚਾਤਰ ਕਰਦੇ ਨਹੀਂ ਭਰੋਸਾ।
ਜਿਸਨੇ ਅੱਗੇ ਵੀ ਕਈ ਵਾਰੀ ਕਸਮਾਂ ਲਿਖ ਕੇ ਘਲੀਆਂ, ਪਰ ਉਹ ਟੁੱਟ ਕੇ ਵਿੱਚ ਚੁਰਾਹੇ ਮਿੱਟੀ ਅੰਦਰ ਰਲੀਆਂ। ਸਾਬੇ ਕਰਾਰ ਜੀ ਦੇ ਕੱਚ ਨਿਕਲੇ ਵੰਗਾਂ ਵਾਂਗਰਾਂ ਟੁੱਟੇ, ਸਾਰੇ ਭਾ ਭਰੋਸੇ ਜਿਸਨੇ ਮਿੱਟੀ ਖੇ ਵਿੱਚ ਸੁੱਟੇ। ਕੌਲਾਂ ਦੇ ਕੱਚੇ ਤੇ ਦੱਸੋ ਕਲਗੀਧਰ ਕਿਉਂ ਵਿਸਦਾ, ਪੈਰ ਪੈਰ ਤੇ ਕੌਲ ਤੋੜ ਕੇ ਪੈਰ ਫਿਸਲਿਆ ਜਿਸਦਾ। ਉਸ ਉੱਤੇ ਹੁਣ ਨਿਸ਼ਚਾ ਨਹੀਂ ਸੀ ਕਿਸੇ ਤਰ੍ਹਾਂ ਦਾ ਹੋ ਸਕਦਾ, ਉਸ ਉੱਤੇ ਹੁਣ ਨਿਸ਼ਚਾ ਨਹੀਂ ਸੀ ਕਿਸੇ ਤਰ੍ਹਾਂ ਹੋ ਸਕਦਾ। ਕਲਗੀਧਰ ਤਾਂ ਕਾਰ ਉਹਦੀ ਨੂੰ ਮੁੱਦਤਾਂ ਤੋਂ ਸੀ ਤੱਕਦਾ। 3 ਚਿੱਠੀਆਂ ਦਾ ਪੂਰਾ ਉੱਤਰ ਲਿਖਣੇ ਦਾ ਸੀ ਵੇਲਾ, ਤੀਰ ਅੰਤ ਇਉਂ ਲਿਖਣ ਲੱਗਾ ਮਹਾਂਕਾਲ ਦਾ ਚੇਲਾ। ਇੱਥੋਂ ਫਿਰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਜ਼ਫਰਨਾਮਾ ਲਿਖਿਆ। ਸ਼੍ਰੀ ਦਸ਼ਮੇਸ਼ ਜੀ ਨੇ ਔਰੰਗਜ਼ੇਬ ਲਈ ਜ਼ਫਰਨਾਮਾ ਲਿਖਿਆ। ਉਹਦੇ ਵਿੱਚ ਲਿਖਿਆ, ਉੱਚੇ ਭਾਵ ਜ਼ਬਾਨ ਫਾਰਸੀ ਵਾਕ ਤੀਰ ਅਣਿਆਲੇ, ਔਰੰਗਜ਼ੇਬ ਲਈ ਲਿਖ ਲੀਤੇ ਸਤਿਗੁਰ ਕਲਗੀ ਵਾਲੇ। ਜ਼ਫਰਨਾਮਾ ਨਾਮ ਉਸ ਦਾ ਭਾਵ ਫਤਿਹ ਦੀ ਚਿੱਠੀ, ਅਸ਼ ਅਸ਼ ਕਰ ਉੱਠਿਆ ਜਿਸਨੇ ਪੜ੍ਹੇ ਰਚਨਾ ਡਿੱਠੀ। ਕਲਗੀਧਰ ਨੇ ਉਸ ਦੇ ਅੰਦਰ ਕੀ ਲਿਖਿਆ ਕੀ ਭਰਿਆ, ਗੁੱਜਾ ਤੀਰ ਉਸ ਵਿੱਚ ਏਦਾਂ ਪਾਤਸ਼ਾਹ ਲਈ ਧਰਿਆ। ਮਹਾਰਾਜ ਨੇ ਲਿਖਿਆ, ਮੈਨੂੰ ਤੇਰੀਆਂ ਕਸਮਾਂ ਉੱਤੇ ਨਹੀਂ ਭਰੋਸਾ ਤਿਲ ਦਾ, ਪੋਟਾ ਪੋਟਾ ਛਲੀਆ ਤੇਰਾ ਝੂਠਾ ਖੋਟਾ ਦਿਲ ਦਾ। ਜਾਮਨ ਰੱਖ ਮੁਹੰਮਦ ਸਾਹਿਬ ਫਿਰ ਵੀ ਨਾ ਤੂੰ ਸੰਗਿਆ, ਧਰਮ ਇਮਾਨ ਕਸਮ ਨੂੰ ਪਿੱਛੋਂ ਛਿੱਕੇ ਉੱਤੇ ਟੰਗਿਆ। ਵੇਖੀ ਗਈ ਖੁਦਾ ਪਰਸਤੀ ਝੂਠੇ ਸ਼ਾਹ ਤੇਰੀ, ਕਰਨਾ ਕੌਲ ਅਤੇ ਫਿਰ ਜਾਣਾ ਕਰ ਕਰ ਕੇ ਕਈ ਵੇਰੀ। ਧੋਖਾ ਮਕਰ ਫਰੇਬ ਨਿਰਾਈ ਤੇਰਾ ਹੈ ਸਰਮਾਇਆ, ਕਸਮ ਖੁਦਾ ਦੀ ਤੇਰੇ ਨੇੜੇ ਕਦੇ ਖੁਦਾ ਨਹੀਂ ਆਇਆ। ਵਾਲੀ ਹੈ ਤੂੰ ਠੀਕ ਹਿੰਦ ਦਾ ਸ਼ਹਿਨਸ਼ਾਹ ਸਦਵਾਵੇਂ, ਪਰ ਸੱਚ ਆਖਾਂ ਤੈਨੂੰ ਮੂੰਹ ਤੇ ਪਿਆ ਕੁਰਾਹੇ ਜਾਵੇਂ। ਸੂਰਾ ਵੀ ਜਰਨੈਲ ਹਠੀਵੀ ਮੈਂ ਤੈਨੂੰ ਹਾਂ ਮੰਨਦਾ, ਪਰ ਤੂੰ ਦੀਨਦਾਰ ਨਹੀਂ ਸੱਚਾ ਕੂੜੇ ਦਾਵੇ ਬੰਨਦਾ। ਸੱਚਾ ਦੀਨ ਮੂਲ ਨਹੀਂ ਢੁੱਕਾ ਸ਼ਾਹਾ ਤੇਰੇ ਨੇੜੇ, ਤੂੰ ਨਹੀਂ ਵੜਿਆ ਇੱਕ ਵਾਰੀ ਵੀ ਦੀਨ ਧਰਮ ਦੇ ਵਿਹੜੇ। ਧਰਮ ਅਤੇ ਇਨਸਾਫ ਨਾਲ ਤਾਂ ਖੋਰ ਜਾਪਦਾ ਤੇਰਾ, ਮੂੰਹ ਤੋਂ ਹੋਰ ਕਰੇ ਪਰ ਦਿਲ ਤੋਂ ਹੋਰ ਜਾਪਦਾ ਤੇਰਾ। ਤੂੰ ਪਰਜਾ ਨੂੰ ਲਿੱਤੜੀ ਜਾਵੇਂ ਅੱਜ ਤਾਂ ਵਾਂਗਣ ਘਾਹ ਦੇ, ਦੱਸ ਦਏਗਾ ਉੱਤਰ ਕੀ ਤੂੰ ਅੱਗੇ ਬੇਪਰਵਾਹ ਦੇ। ਜੇ ਤੂੰ ਕਾਰ ਦਿਲੋਂ ਨਾ ਛੱਡੀ ਕਹਿਰ ਅਨਰਥਾਂ ਵਾਲੀ, ਕਹਿਰ ਢਾਏਗਾ ਤੇਰੇ ਉੱਤੇ ਵੇਖ ਲਈ ਲੋ ਬਾਲੀ। ਉਹ ਪਰਮਾਤਮਾ ਜਿਹੜਾ ਉਹਨੂੰ ਲੋ ਬਾਲੀ ਕਿਹਾ, ਲੋ ਬਾਲੀ ਦਾ ਅਰਥ ਆ ਖੁਦਾ ਰੱਬ। ਉਹ ਪਰਮਾਤਮਾ ਤੇਰੇ ਤੇ ਕਹਿਰ ਕਰੇਗਾ। ਜਿਉਂ ਜਿਉਂ ਕੋਈ ਨਿਮਾਣਾ ਆਜ ਚ ਕਹਿਰ ਤੇਰੇ ਤੋਂ ਰੋਸੀ, ਨਿਸ਼ਚਾ ਰੱਖੀ ਤੇਰੀ ਕੁਲ ਨੂੰ ਦੋਜਕ ਵਿੱਚ ਡਬੋਸੀ। ਕੀ ਦੱਸਾਂ ਬਦੀਆਂ ਦੇ ਰਾਹ ਨੂੰ ਛੇਤੀ ਛੱਡ ਓਏ ਚੱਲਿਆ, ਜ਼ੁਲਮ ਕਮਾ ਕੇ ਆਪਣੀ ਆਪੇ ਜੜ ਨਾ ਵੱਢ ਉਹ ਚੱਲਿਆ। ਕੀ ਹੋਇਆ ਚਮਕੌਰ ਵਿੱਚ ਜੇ ਖੂਨੀ ਧਾਰਾਂ ਚੱਲੀਆਂ, ਕੀ ਹੋਇਆ ਜੇ ਬਾਗ ਮੇਰੇ ਚੋਂ ਟੁੱਟੀਆਂ ਕੋਮਲ ਕਲੀਆਂ। ਕੀ ਹੋਇਆ ਜੇ ਫੌਜ ਤੇਰੀ ਵੀ ਛਾ ਗਈ ਘਟ ਬਣ ਕਾਲੀ, ਕੀ ਹੋਇਆ ਜੇ ਸਦਕੇ ਹੋ ਗਏ ਮੇਰੇ ਮਰਦ ਅਕਾਲੀ। ਕੀ ਹੋਇਆ ਜੇ ਮੇਰੇ ਪੁੱਤਰ ਖਾਨ ਵਜੀਦੇ ਮਾਰੇ, ਨੀਹਾਂ ਅੰਦਰ ਚਿਨ ਜ਼ਾਲਮ ਨੇ ਕੀਤੇ ਖੂਨੀ ਕਾਰੇ। ਮੇਰੀ ਨੀਂਹ ਗਈ ਹੈ ਰੱਖੀ ਰੱਖ ਗਏ ਬਾਲ ਅਣਜਾਣੇ, ਤੇਰੀ ਨੀਂਹ ਹਿਲਾ ਗਏ ਸ਼ਾਹ ਜੇ ਤੂੰ ਅੱਜ ਪਛਾਣੇ। ਕੀ ਹੋਇਆ ਜੇ ਫੌਜ ਤੇਰੀ ਨੇ ਘੱਤਿਆ ਹੈ ਸੀ ਘੇਰਾ, ਵਿੰਗਾ ਵਾਲ ਨਾ ਕੀਤਾ ਤਦ ਵੀ ਉਸਨੇ ਹੁਣ ਤੱਕ ਮੇਰਾ।
ਮੈਂ ਹਾਂ ਜਿਉਂਦਾ ਵੇਖ ਅਜੇ ਵੀ ਅਜੇ ਖਾਲਸਾ ਜੀਂਦਾ ਪੰਥ ਰਹੇਗਾ ਸ਼ਾਹ ਰਤ ਜ਼ੁਲਮ ਦੀ ਪੀਂਦਾ। ਫਿਰ ਤੂੰ ਲਿਖਿਆ ਹੈ ਸੀ ਸ਼ਾਹ ਜੇਕਰ ਮੈਂ ਨਾ ਆਇਆ, ਤੂੰ ਆਵੇਂਗਾ ਕੋਲ ਚੱਲ ਕੇ ਪਰ ਤੂੰ ਕੋਲ ਭੁਲਾਇਆ। ਪੂਰਾ ਕਰ ਸਕਿਆ ਏ ਪਿੱਛੇ ਤੂੰ ਇਕਰਾਰ ਨਾ ਕੋਈ, ਤੇਰੇ ਵਰਗੇ ਝੂਠੇ ਸ਼ਾਹ ਦਾ ਹੁਣ ਇਤਬਾਰ ਨਾ ਕੋਈ। ਮੈਂ ਤੇ ਨਹੀਂ ਆਵਣਾ ਉਧਰ ਪਰ ਜੇਕਰ ਤੂੰ ਆਵੇਂ, ਨਿਸ਼ਚਾ ਰੱਖ ਮੇਰੀ ਗੱਲ ਸੁਣ ਕੇ ਸਿੱਧੇ ਰਾਹ ਪੈ ਜਾਵੇਂ। ਤੂੰ ਤੇ ਮੈਂ ਇਕੱਠੇ ਦੋਵੇਂ ਇੱਕ ਥਾਵੇਂ ਬਹਿ ਲਈਏ, ਦਿਲ ਦਈਏ ਦਿਲ ਲਈਏ ਦੋਵੇਂ, ਕੁਝ ਸੁਣੀਏ ਕੁਝ ਕਹੀਏ। ਜ਼ੁਲਮੋਂ ਝੱਟ ਹਟਾਵਾਂ ਤੈਨੂੰ ਕਰਸਾਂ ਤਰਸ ਸਿਖਾਵਾਂ, ਤੈਨੂੰ ਤੇਰੀ ਕਾਰ ਜ਼ੁਲਮ ਦੀ ਅੱਖੀਆਂ ਨਾਲ ਵਿਖਾਵਾਂ। ਤੀਰ ਆਏ ਜੇ ਕੋਲ ਮੇਰੇ ਤੂੰ ਦੁੱਖ ਨਾ ਹੋਸੀ ਤੈਨੂੰ, ਮੈਂ ਤੇਰਾ ਹਮਦਰਦ ਦਿਲੋਂ ਹਾਂ ਵੈਰੀ ਜਾਣ ਨਾ ਮੈਨੂੰ। ਮਹਾਰਾਜ ਨੇ ਇਸ ਤਰ੍ਹਾਂ ਬਚਨ ਕੀਤਾ। ਫਿਰ ਦਇਆ ਸਿੰਘ ਤੇ ਧਰਮ ਸਿੰਘ ਨੂੰ ਦਸ਼ਮੇਸ਼ ਜੀ ਵੱਲੋਂ ਜ਼ਫਰਨਾਮਾ ਪਾਤਸ਼ਾਹ ਨੂੰ ਪਹੁੰਚਾਉਣ ਦਾ ਹੁਕਮ ਦਿੱਤਾ ਗਿਆ। ਇਹ ਫਤਿਹ ਦੀ ਚਿੱਠੀ ਲਿਖ ਕੇ ਮੋਹਰ ਸਤਿਗੁਰਾਂ ਲਾਈ, ਦਇਆ ਸਿੰਘ ਤੇ ਧਰਮ ਸਿੰਘ ਨੂੰ ਉਸੇ ਸਮੇਂ ਫੜਾਈ। ਕੀਤਾ ਹੁਕਮ ਮੁਕਾਓ ਪੈਂਡਾ ਹਿੰਮਤ ਖੂਬ ਵਿਖਾ ਕੇ, ਔਰੰਗਜ਼ੇਬ ਤਾਈਂ ਇਹ ਦੇਣੀ ਆਪਣੀ ਹੱਥੀਂ ਜਾ ਕੇ। ਸਿੰਘ ਸੂਰਮੇ ਸਿਦਕੀ ਗੁਰਦੇ ਦੋਵਾਂ ਧੌਣ ਝੁਕਾਈ, ਹੁਕਮ ਗੁਰਾਂ ਦਾ ਪਾਲਣ ਖਾਤਰ ਝੱਟ ਪੱਟ ਕੀਤੀ ਧਾਈ। ਅਹਿਮਦ ਨਗਰ ਵਿੱਚ ਪੁੱਜੇ ਜਾ ਕੇ ਸੇਵਕ ਕਲਗੀਧਰ ਦੇ, ਔਰੰਗਜ਼ੇਬ ਤਾਈਂ ਦੇ ਚਿੱਠੀ ਸ਼ੁਕਰ ਗੁਰਾਂ ਦਾ ਕਰਦੇ। ਇਹ ਦੋਨੋਂ ਮਹਾਰਾਜ ਦੀ ਜਿਹੜੀ ਚਿੱਠੀ ਸੀ ਉਹ ਸਾਧ ਸੰਗਤ ਜੀ ਇਹ ਅਹਿਮਦ ਨਗਰ ਦੱਖਣ ਦੇ ਵਿੱਚ ਆ। ਉੱਥੇ ਸਾਧ ਸੰਗਤ ਜੀ ਇਹ ਚਿੱਠੀ ਲੈ ਕੇ ਗਏ ਹਨ। ਅਹਿਮਦ ਨਗਰ ਵਿੱਚ ਪੁੱਜੇ ਜਾ ਕੇ ਸੇਵਕ ਕਲਗੀਧਰ ਦੇ, ਔਰੰਗਜ਼ੇਬ ਤਾਈਂ ਦੇ ਚਿੱਠੀ ਸ਼ੁਕਰ ਗੁਰਾਂ ਦਾ ਕਰਦੇ। ਪਾਤਸ਼ਾਹ ਨੇ ਉਸੇ ਵੇਲੇ ਚਿੱਠੀ ਜਾਂ ਉਹ ਖੋਲੀ, ਪੜ੍ਹਦੇ ਸਾਰ ਦਰਦ ਦੀ ਸੀਨੇ ਲੱਗ ਗਈ ਗੁੱਜੀ ਗੋਲੀ। ਗੁੱਜਾ ਤੀਰ ਅਨੋਖਾ ਕੋਈ ਵਿੱਚ ਕਲੇਜੇ ਪੁੜਿਆ, ਲੱਗਾ ਐਨ ਨਿਸ਼ਾਨੇ ਉੱਤੇ ਗਿਆ ਖਤਾ ਨਾ ਮੁੜਿਆ। ਐਸਾ ਅਸਰ ਹੋਇਆ ਦਿਲ ਉੱਤੇ ਪੀੜ ਉੱਠੀ ਇੱਕ ਭਾਰੀ, ਪਰ ਬੈਠੇ ਸਨ ਸ਼ਾਹ ਸਾਹਮਣੇ ਉੱਗੇ ਕੁਝ ਦਰਬਾਰੀ। ਭੇਦ ਦਰਦ ਦਾ ਫੋਲ ਨਾ ਸਕਿਆ ਮੂੰਹ ਤੋਂ ਬੋਲ ਨਾ ਸਕਿਆ, ਘੁੱਟ ਗਿਆ ਅੰਦਰੇ ਹੀ ਅੰਦਰ ਘੁੰਡੀ ਖੋਲ ਨਾ ਸਕਿਆ। ਔਰੰਗਜ਼ੇਬ ਦੇ ਉੱਤੇ ਫਤਿਹ ਦੀ ਚਿੱਠੀ ਦਾ ਅਸਰ ਕੀ ਹੋਇਆ? ਇਸ ਚਿੱਠੀ ਦਾ ਅਸਰ ਐਸਾ ਸ਼ਾਹ ਦੇ ਦਿਲ ਤੇ ਹੋਇਆ, ਚਿਹਰੇ ਉੱਤੇ ਆਈ ਉਦਾਸੀ ਸੋਚਾਂ ਸੂਲ ਚੁਭੋਇਆ। ਭਾਵ ਸਖਤ ਇਬਾਰਤ ਇਸ ਦੀ ਦਿਲ ਨੂੰ ਰਤਾ ਨਾ ਭਾਈ, ਐ ਪਰ ਇਸ ਨੇ ਰਾਜ ਜ਼ੁਲਮ ਦੀ ਮੂਰਤ ਚਿੱਤਰ ਵਿਖਾਈ। ਇਸ ਮੂਰਤ ਵਿੱਚ ਦਿਸੇ ਸ਼ਾਹ ਨੂੰ ਆਪਣੇ ਕਹਿਰੀ ਕਾਰੇ, ਮਾਸੂਮਾਂ ਦੀਆਂ ਲੋਥਾਂ ਦਿਸੀਆਂ ਦਿਸੇ ਖੂਨ ਫੁਹਾਰੇ। ਥਾਂ ਥਾਂ ਉੱਤੇ ਕੁਸਦੇ ਦਿਸੇ ਆਜਜ਼ ਅਤੇ ਨਿਮਾਣੇ, ਹਾਕਮ ਆਪਣੇ ਦਿਸੇ ਉਸ ਨੂੰ ਜ਼ਾਲਮ ਤੇ ਜਰਵਾਣੇ। ਉਜੜੇ ਦਿਸੇ ਰੁਲਦੇ ਦਿਸੇ ਮਰਦੇ ਮੌਤ ਅਜਾਈ, ਸਤ ਸਤੀਆਂ ਦਾ ਰੁਲਦਾ ਦਿਸਿਆ ਸ਼ਾਹ ਨੂੰ ਕੁੱਤੀ ਕਾਈ। ਦੋਜਕ ਰੂਪ ਹਿੰਦ ਸਭ ਦਿਸਿਆ ਵੇਖ ਵੇਖ ਘਬਰਾਇਆ, ਔਰੰਗਜ਼ੇਬ ਦਿਲੋਂ ਉਸ ਵੇਲੇ ਭੈ ਦੇ ਘਰ ਵਿੱਚ ਆਇਆ। ਭਾਵੇਂ ਉਹ ਸੀ ਦੀਨੀ ਪੂਰਾ ਆਪਣੇ ਤਾਈਂ ਗਿਣਦਾ, ਹੁਣ ਪਰ ਘੱਟ ਜਾਪਿਆ ਉਸ ਨੂੰ ਮੁੜ ਮੁੜ ਮਨ ਸੀ ਮਿਣਦਾ। ਭਾਵੇਂ ਆਪਣੀ ਜ਼ਿੰਦਗੀ ਬਾਬਤ ਉਹਨੂੰ ਸੀ ਤਸੱਲੀ, ਪਰ ਇਹ ਚਿੱਠੀ ਪੜ੍ਹ ਕੇ ਉਸ ਨੂੰ ਜਾਪੀ ਹੋਂਦ ਨਗੱਲੀ। ਸੋਚੀ ਪਿਆ ਇਹ ਸੋਚੇ ਇਹ ਤਾਂ ਮਾੜੀ ਹੋਈ,
ਜੇ ਇਹ ਸੱਚ ਤਾਂ ਦਰਗਹਿ ਅੰਦਰ ਮਿਲਣੀ ਮੂਲ ਨਾ ਢੋਈ। ਅੰਤ ਇਸ ਤਰ੍ਹਾਂ ਸਿਰ ਧੁਣ ਧੁਣ ਕੇ ਜਾਂ ਉਸ ਤਲੀਆਂ ਮਲੀਆਂ, ਕਹਿੰਦੇ ਹਨ ਸਰਹੰਦ ਵਿੱਚ ਉਸਨੇ ਲਿਖ ਕੇ ਲਿਖਤਾਂ ਘਲੀਆਂ। ਆਖਿਆ ਖਾਨ ਵਜੀਦੇ ਤਾਈਂ ਬਾਜ ਅੱਗੇ ਤੋਂ ਆਵੇ, ਕਲਗੀਧਰ ਨੂੰ ਕੁਝ ਨਾ ਆਖੇ ਹੋਰ ਨਾ ਮੂਲ ਸਤਾਵੇ। ਅੱਗੇ ਕੀਤੀ ਜਿਨ੍ਹਾਂ ਵਧੀਕੀ ਖੂਬ ਉਹਨਾਂ ਨੂੰ ਤਾੜੇ, ਨਾ ਕੋਈ ਨਾਲ ਲੜੇ ਸਤਿਗੁਰ ਦੇ ਨਾ ਕੋਈ ਸ਼ਹਿਰ ਉਜਾੜੇ। ਦਇਆ ਸਿੰਘ ਤੇ ਧਰਮ ਸਿੰਘ ਨੂੰ ਦੇ ਦਿੱਤੀ ਰਾਹਦਾਰੀ, ਤੀਰ ਇਸ ਤਰ੍ਹਾਂ ਪਾਤਸ਼ਾਹ ਵੀ ਪਛਤਾਇਆ 100 ਵਾਰੀ। ਤੇ ਦੀਨੇ ਤੋਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਅਗਾਂਹ ਚਲੇ ਗਏ। ਇੱਧਰ ਇਹ ਅਫਵਾਹ ਗਰਮ ਸੀ ਸਮਝੋ ਫੌਜਾਂ ਚੜ੍ਹੀਆਂ, ਸਮਝੋ ਖਾਨ ਸਰਹੰਦ ਆ ਗਿਆ ਜੰਗ ਵਿੱਚ ਬਾਕੀ ਘੜੀਆਂ। ਜਾਣੀ ਜਾਣ ਵਿਚਾਰਨ ਲੱਗੇ ਜੰਗ ਵਸਤੀ ਵਿੱਚ ਮੰਦਾ, ਜੰਗ ਮਚਾਵੇ ਦੂਰ ਵਸਤੀਓਂ ਜੋ ਹੈ ਚਾਤਰ ਬੰਦਾ। ਐਵੇਂ ਲੋਕ ਜਾਣਗੇ ਮਾਰੇ ਜਾਂ ਹੋਸਣ ਦੁਖਿਆਰੇ, ਇਸ ਲਈ ਗੁਰ ਕਲਗੀਧਰ ਨੇ ਕਰ ਲੈ ਕੂਚ ਤਿਆਰੇ। ਇਹ ਗੱਲ ਜਾਪੇ ਦਿੱਲੀ ਵੱਲੋਂ ਅਜੇ ਵਜੀਦੇ ਤਾਈਂ, ਨਹੀਂ ਸੀ ਲਿਖਤ ਸ਼ਾਹ ਦੀ ਆਪਣੀ ਨਹੀਂ ਤਾਂ ਲੜਦਾ ਨਾਹੀਂ। ਦੇਸ਼ ਭਗਤ ਦਸ਼ਮੇਸ਼ ਗੁਰੂ ਜੀ ਚੋਜ ਕਈ ਵਰਤਾਂਦੇ, ਦੀਨੇ ਤੋਂ ਜਦ ਅੱਗੇ ਨਿਕਲੇ ਪ੍ਰੇਮ ਨਾਮ ਰੰਗ ਲਾਂਦੇ। ਸੰਗਤਾਂ ਆ ਜੁੜਨ ਹਜ਼ਾਰਾਂ ਸਿੰਘ ਨਵੇਂ ਨਿਤ ਸੱਜਦੇ, ਫੌਜ ਖਾਲਸਾ ਜੁੜ ਪਈ ਮੁੜ ਕੇ ਖੂਬ ਜੈਕਾਰੇ ਗੱਜਦੇ। ਭਰਤੀ ਰੋਜ਼ ਹੋਏ ਸਤਿਗੁਰ ਦੀ ਨੌਕਰ ਹੋਣ ਸਿਪਾਹੀ, ਤਲਬਾਂ ਵੀ ਤੇ ਮੁਕਤੀ ਵੀ ਲੈ ਮਾਣਨ ਬੇਪਰਵਾਹੀ। ਤੀਰ ਸਮਾਨ ਇਕੱਠਾ ਹੋਇਆ ਫੇਰ ਜੰਗ ਦਾ ਮੁੜ ਕੇ, ਦਲ ਅਕਾਲੀ ਸੁਣ ਸੁਣ ਖਬਰਾਂ ਵੇਖੋ ਬੈਠਾ ਜੁੜ ਕੇ। ਅੱਗੇ ਫਿਰ ਕਪੂਰੇ ਦੀ ਕੰਮ ਦਿਲੀ। ਭਗਤੇ ਅਤੇ ਜਲਾਲਪੁਰੇ ਤੋਂ ਸਤਿਗੁਰ ਅੰਤਰਜਾਮੀ, ਕੋਟ ਕਪੂਰੇ ਵਿੱਚ ਆ ਪਹੁੰਚੇ ਕੱਟਣ ਲਈ ਗੁਲਾਮੀ। ਇੱਥੇ ਸੀ ਇੱਕ ਝੀਲ ਸੁਹਾਵੀ, ਉਸ ਵਿੱਚ ਸੀ ਇੱਕ ਧੋੜਾ, ਇਹ ਸੀ ਵੈਰੀ ਰੋਕਣ ਖਾਤਰ ਇੱਕ ਅਨੋਖਾ ਹੋੜਾ। ਇਸ ਗੜੀ ਦਾ ਮਾਲਕ ਹੈ ਸੀ ਤਲਕੇਦਾਰ ਕਪੂਰਾ, ਪਰ ਸੀ ਕਾਇਰ ਅਤੇ ਡਰਾਕਲ ਸਿਦਕੋਂ ਨਿਰਾ ਅਧੂਰਾ। ਉਸ ਨੂੰ ਸੱਦਿਆ ਕਲਗੀਧਰ ਨੇ ਚੱਲ ਕੇ ਤਾਂ ਉਹ ਆਇਆ, ਪਰਜਾਂ ਸੁਣੀਆਂ ਆ ਕੇ ਗੱਲਾਂ ਡਾਢਾ ਹੀ ਘਬਰਾਇਆ। ਕਲਗੀਧਰ ਜੀ ਹੱਸ ਕੇ ਬੋਲੇ ਜੇ ਤੂੰ ਸਾਡੀ ਮੰਨੇ, ਜੰਗ ਮਚਾ ਕੇ ਇਸ ਗੜੀ ਦੇ ਕਰੀਏ ਜ਼ਾਲਮ ਬੰਨੇ। ਜ਼ਾਲਮ ਹੈਨ ਆਮਦੇ ਚੜ੍ਹ ਕੇ ਇੱਥੇ ਜ਼ੋਰ ਵਿਖਾਈਏ, ਦੇਸ਼ ਗੁਲਾਮ ਕਰਨ ਜੋ ਸਾਡਾ ਉਹ ਅੱਜ ਮਾਰ ਮੁਕਾਈਏ। ਕਿਹਾ ਕਪੂਰੇ ਨੇ ਪਰ ਡਰ ਕੇ ਮੈਂ ਇਹ ਨਹੀਂ ਕਰ ਸਕਦਾ, ਭੰਗ ਦੇ ਪਹਾੜੇ ਨਾਲ ਤੁਹਾਡੇ ਜੰਗ ਵਿੱਚ ਨਹੀਂ ਮਰ ਸਕਦਾ। ਗੜੀ ਹਵਾਲੇ ਕਰ ਨਹੀਂ ਸਕਦਾ ਪੈਂਦਾ ਨਹੀਂ ਇਸ ਰਾਹੇ, ਇਹ ਕੀਤਾ ਤਾਂ ਤੁਰਕ ਲਾਣਗੇ ਪਹਿਲੇ ਮੈਨੂੰ ਫਾਹੇ। ਤੁਸੀਂ ਆਪਣੀ ਥਾਂ ਬਣਾਓ ਮੈਨੂੰ ਨਾ ਮਰਵਾਓ, ਜੋ ਜੀ ਕਰਦਾ ਜਾ ਕੇ ਕਰ ਲਓ ਜਿੱਧਰ ਜੀ ਹੈ ਜਾਓ। ਬੋਲੇ ਕਲਗੀਧਰ ਜੀ ਹੱਸ ਕੇ ਢਾਹ ਦਿੱਤੀ ਢੇਰੀ, ਤੈਨੂੰ ਮਾਰੇਗੀ ਪਰ ਆਖਰ ਕਾਇਰਤਾ ਇਹ ਤੇਰੀ। ਇੰਨੀ ਕਹਿ ਕੇ ਤੀਰ ਗੁਰੂ ਜੀ ਤੁਰ ਪੈ ਵੇਖੋ ਅੱਗੇ, ਨਵੇਂ ਨਵੇਂ ਕੀ ਕੌਤਕ ਜਗ ਤੇ ਚੋਜੀ ਰਚਣ ਲੱਗੇ। ਮਹਾਰਾਜ ਇਸ ਤੋਂ ਕੋਟ ਕਪੂਰੇ ਤੋਂ ਵੀ ਗਾਂਹ ਚਲੇ ਗਏ ਤੇ ਸ਼੍ਰੀ ਦਸ਼ਮੇਸ਼ ਜੀ ਢਿਲਵਾਂ ਦੇ ਵਿੱਚ ਚਲ ਗਏ ਨੇ। ਉੱਥੋਂ ਢਿਲਵਾਂ ਦੇ ਵਿੱਚ ਪੁੱਜੇ ਦੇਸ਼ ਭਗਤ ਗੁਰ ਪਿਆਰੇ, ਕੌਲਾਂ ਜੀ ਨੇ ਜਾਂ ਇਹ ਸੁਣਿਆ ਆਏ ਚੱਲ ਦੁਆਰੇ। ਇਹ ਕੌਲਾਂ ਜੀ ਪ੍ਰਿਥੀ ਚੰਦ ਦੀ ਔਲਾਦ ਵਿੱਚੋਂ ਸਨ। ਇਹ ਕੌਲਾਂ ਜੀ ਪ੍ਰਿਥੀ ਚੰਦ ਦੀ ਔਲਾਦ ਵਿੱਚੋਂ ਸਨ। ਪ੍ਰਿਥੀ ਚੰਦ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਵੱਡਾ ਭਰਾ ਸੀ। ਨਾਲ ਸਿਦਕ ਦੇ ਆ ਕੇ ਉਹਨਾਂ ਆਪਣੀ ਧੌਣ ਨਿਵਾਈ, ਹੱਥ ਜੋੜ ਗਲ ਪੱਲਾ ਪਾ ਕੇ ਏਦਾਂ ਅਰਜ ਸੁਣਾਈ।
ਜਾਣੀ ਜਾਣ ਜਿਉ ਸੇਵਕ ਦੀ, ਤੁਠ ਕੇ ਪੈਜ ਸਵਾਰੋ। ਆ ਲੋ ਚਿੱਟਾ ਬਾਣਾ ਪਹਿਨੋ, ਨੀਲਾ ਵੇਸ ਉਤਾਰੋ। ਜਾਣੀ ਜਾਣ ਮੰਨ ਗਏ ਉਸ ਦੀ, ਸਿਦਕ ਉਸ ਦਾ ਫਲਿਆ। ਹਾਲਤ ਵੇਖ ਗੁਰਾਂ ਦੀ, ਉਸ ਦਾ ਗਿਆ ਕਲੇਜਾ ਸਲਿਆ। ਪੈਨ ਪੁਸ਼ਾਕੇ ਚਿੱਟੇ ਦਾਤੇ, ਨੀਲੇ ਜਦੋਂ ਉਤਾਰੇ। ਲੀਰਾਂ ਕਰ ਕਰ ਅੱਗ ਵਿੱਚ ਸੁੱਟੇ, ਮੁਖ ਤੋਂ ਵਾਕ ਉਚਾਰੇ। ਰਮਜ ਕਿਸੇ ਵਿੱਚ ਚੋਜਾਂ ਵਾਲੇ, ਇਉਂ ਉਚਾਰੀ ਬਾਣੀ। ਨੀਲ ਬਸਤਰ ਲੈ ਕੱਪੜੇ ਪਹਿਰੇ, ਇਹ ਸਾਹਿਬ ਨੂੰ ਭਾਣੀ। ਤੁਰਕ ਪਠਾਣੀ ਅਮਲ ਗਿਆ, ਹੁਣ ਬਦਲੀ ਰੁੱਤ ਜਰਵਾਣੀ। ਹੁਣ ਨਾ ਰਹਿਣੀ ਦੁਖੀਆ ਭਾਰਤ, ਅੱਗੋਂ ਲਈ ਨਿਮਾਣੀ। ਨੀਲੀ ਲੀਰ ਇੱਕ ਜੋ ਰਹਿ ਗਈ, ਸੜੀ ਨਾ ਜੋ ਅੱਗ ਅੰਦਰ। ਭਾਈ ਮਾਨ ਸਿੰਘ ਨੇ ਲੈ ਕੇ ਉਹ ਟੰਗੀ ਪੱਗ ਅੰਦਰ। ਬਣਿਆ ਬਾਣਾ ਇਹ ਨਿਹੰਗੀ, ਉੱਚੇ ਸੋਨ ਦੁਮਾਲੇ। ਤੀਰ ਇਸ ਤਰ੍ਹਾਂ ਕੌਤਕ ਰਚਿਆ, ਸਤਿਗੁਰ ਕਲਗੀ ਵਾਲੇ। ਉੱਥੋਂ ਫਿਰ ਦੁਮਾਲੇ ਦੇ ਉੱਤੇ ਉਹ ਸਿੰਘ ਨੀਲਾ ਫਰਲਾ ਜਿਹੜਾ ਛੱਡਦੇ ਆ, ਉੱਥੋਂ ਇਹ ਸਾਧ ਸੰਗਤ ਜੀ ਫਿਰ ਸ਼ੁਰੂ ਹੋਇਆ। ਕਵੀ ਜੀ ਲਿਖਦੇ ਆ ਢਿਲਵਾਂ ਤੋਂ। ਉੱਥੇ ਮਹਾਰਾਜ ਨੇ ਜਦੋਂ ਆਪਣਾ ਨੀਲਾ ਬਾਣਾ ਲਾ ਕੇ ਸੁੱਟਿਆ, ਲੀਰਾਂ ਲੀਰਾਂ ਕਰਕੇ, ਉੱਥੇ ਨਵੇਂ ਚਿੱਟੇ ਬਸਤਰ ਪਹਿਨੇ। ਕਪੂਰੇ ਨੂੰ ਫਿਰ ਹੋਸ਼ ਆ ਗਈ। ਕਲਗੀ ਧਰ ਜਾ ਟੁਰ ਗਏ ਕੋਲੋਂ, ਕੀਤੀ ਸੋਚ ਕਪੂਰੇ। ਗੁਰ ਦਸ਼ਮੇਸ਼ ਨਾਰਾਜ਼ ਕਰ ਲਿਆ, ਸੋਚ ਸੋਚ ਉਹ ਝੂਰੇ। ਲੰਮੀ ਸੋਚ ਉਸ ਨੇ ਕੀਤੀ ਤੇ ਪਛਤਾਇਆ। ਰੋਂਦੀ ਅੱਖੀਂ ਜੋੜੀ ਹੱਥੀਂ, ਪਾਸ ਗੁਰਾਂ ਦੇ ਆਇਆ। ਆਖਣ ਲੱਗਾ ਬਖਸ਼ੋ ਮੈਨੂੰ, ਮੇਰੀ ਕਾਰ ਭੁਲਾਓ। ਜਾਣੀ ਜਾਣ ਕਪੂਰੇ ਤਾਈਂ, ਆਪਣਾ ਫੇਰ ਬਣਾਓ। ਹੱਸ ਕੇ ਆ ਦਸ਼ਮੇਸ਼ ਪਿਤਾ ਨੇ, ਕਾਇਰਤਾ ਨੂੰ ਛੱਡ ਦੇ। ਡਰ ਤੁਰਕ ਦਾ ਆਪਣੇ ਅੰਦਰ, ਸਦੋਂ ਸਦਾ ਵਾਸਤੇ ਕੱਢ ਦੇ। ਅੰਮ੍ਰਿਤ ਛਕ ਲੈ ਤੇ ਸਿੰਘ ਸੱਜ ਜਾ, ਦਿਲ ਵਿੱਚ ਧਾਰ ਦਲੇਰੀ। ਫਿਰ ਮੇਰਾ ਸਭ ਕੁਝ ਹੈ ਤੇਰਾ, ਜਾਨ ਮੇਰੀ ਵੀ ਤੇਰੀ। ਪਰ ਅਰਦਾਸ ਕਪੂਰੇ ਕੀਤੀ, ਬਖਸ਼ਣਹਾਰ ਨਿਵਾਜੋ। ਕਰਕੇ ਹੁਣ ਪਰਵਾਨ ਪੋਤਰੇ, ਪੰਥ ਆਪਣਾ ਸਾਜੋ। ਅੰਮ੍ਰਿਤ ਬਖਸ਼ੋ ਉਹਨਾਂ ਤਾਈਂ, ਸੱਜਣ ਸਿੰਘ ਅਕਾਲੀ। ਤੀਰ ਕਬੂਲੀ ਭੇਟਾ ਉਸ ਦੀ, ਸਤਿਗੁਰ ਜਗ ਦੇ ਵਾਲੀ। ਇੱਥੋਂ ਸ਼੍ਰੀ ਦਸ਼ਮੇਸ਼ ਜੀ ਜੈਤੋ ਵਿੱਚ ਚਲੇ ਗਏ, ਮਾਲਵੇ ਦੇ ਇਲਾਕੇ 'ਚ। ਢਿਲਵਾਂ ਤੋਂ ਤੁਰ ਕਲਗੀ ਵਾਲੇ, ਜੈਤੋਂ ਆ ਰੰਗ ਲਾਇਆ। ਇੱਥੇ ਖਬਰ ਮਿਲੀ ਕਿ ਸੂਬਾ ਲੈ ਫੌਜਾਂ ਹੈ ਆਇਆ। 5000 ਉਹਦਾ ਦਲ ਚੜ੍ਹਿਆ, ਆਵਣ ਮਛਰੇ ਗਾਜੀ। ਤੀਰ ਤੇਗ ਬੰਦੂਕ ਤੋਪ ਦੀ, ਵੰਡਣੀ ਪੈਗੀ ਭਾਜੀ। 4 ਦਿਨਾਂ ਤੱਕ ਅੱਪੜੇ ਜਾਣੋ, ਜੰਗ ਹੋਏਗਾ ਭਾਰਾ। ਕਿਹਾ ਕਪੂਰੇ ਨੂੰ ਸਤਿਗੁਰ ਨੇ, ਸੁਣਿਓ ਦਿਲਬਰ ਯਾਰਾ। ਜਾਣੂ ਇੱਕ ਕੋਈ ਦੇ ਬੰਦਾ, ਨਾਲ ਮੇਰੇ ਜੋ ਜਾਵੇ। ਅੱਜ ਢਾਬ ਖਿਦਰਾਣੇ ਉੱਤੇ, ਜੋ ਮੈਨੂੰ ਛੱਡ ਆਵੇ। 7 ਬਚਨ ਕਹਿ ਝੱਟ ਕਪੂਰੇ, ਬੰਦਾ ਇੱਕ ਇਤਬਾਰੀ। ਸਤਿਗੁਰ ਅੱਗੇ ਹਾਜ਼ਰ ਕੀਤਾ, ਆਖਿਆ ਜਾਂਦੀ ਵਾਰੀ। ਉਹ ਤੂੰ ਜਾਣੀ ਜਾਣ ਮੇਰੇ ਦੀ, ਦਿਲ ਤੋਂ ਟਹਿਲ ਕਮਾਵੀਂ। ਉਹ ਤੂੰ ਜਾਣੀ ਜਾਣ ਮੇਰੇ ਦੀ, ਦਿਲ ਤੋਂ ਟਹਿਲ ਕਮਾਵੀਂ। ਜਿੱਥੇ ਆਖਣ ਤੇ ਜਿਉਂ ਆਖਣ, ਉਥੇ ਛੱਡ ਕੇ ਆਵੀਂ। ਤੀਰ ਇਸ ਤਰ੍ਹਾਂ ਟੁਰੇ ਪ੍ਰੀਤਮ, ਜੋਸ਼ ਦਿਲਾਂ ਵਿੱਚ ਭਰ ਦੇ। ਅੱਗੋਂ ਵੇਖੋ ਭਾਰਤ ਖਾਤਰ, ਕੀ ਕੌਤਕ ਹਨ ਕਰਦੇ। ਤੀਰ ਇਸ ਤਰ੍ਹਾਂ ਟੁਰੇ ਪ੍ਰੀਤਮ, ਜੋਸ਼ ਦਿਲਾਂ ਵਿੱਚ ਭਰ ਦੇ। ਅੱਗੋਂ ਵੇਖੋ ਭਾਰਤ ਖਾਤਰ, ਕੀ ਕੌਤਕ ਹਨ ਕਰਦੇ। ਇੱਥੇ ਸਾਧ ਸੰਗਤ ਜੀ ਇਹ ਖੰਡ, ਇਸ ਮਹਾਂਕਾਵ ਦਾ 9ਵਾਂ ਹਿੱਸਾ ਸਮਾਪਤ ਹੋ ਜਾਂਦਾ ਵਾ। ਇਸ ਤੋਂ ਅੱਗੇ ਫਿਰ ਖੰਡ 10ਵਾਂ, ਭਾਵ 10ਵਾਂ ਹਿੱਸਾ ਕਥਾ ਦਾ ਇੱਥੋਂ ਸ਼ੁਰੂ ਹੁੰਦਾ ਵਾ। ਬਿਦਾਵੀਆਂ ਦੀ ਕੀ ਹਾਲਤ ਸੀ, ਜਿਹੜੇ ਮਹਾਰਾਜ ਨੂੰ ਬਿਦਾਵਾ ਦੇ ਕੇ ਆ ਗਏ ਸੀ, ਅਤੇ ਕਿੱਦਾਂ ਫਿਰ ਖਦਰਾਣੇ ਦੀ ਢਾਬ ਦੇ ਉੱਤੇ
ਤੇ ਮੁਕਤਸਰ ਸਾਹਿਬ ਵਿਖੇ ਜੰਗ ਹੋਇਆ, ਜਿਹਨੂੰ ਅਸੀਂ ਮਾਘੀ ਕਹਿੰਦੇ ਹਾਂ। ਕਿੱਦਾਂ ਭਾਈ ਮਹਾਂ ਸਿੰਘ, ਜਿਨ੍ਹਾਂ ਦਾ ਆਪਣੇ ਲਾਗੇ ਰਟੌਲ ਪਿੰਡ ਆ, ਮਾਤਾ ਭਾਗ ਕੌਰ, ਉਹਨਾਂ ਨੇ ਕਿੱਦਾਂ ਸ਼ਹੀਦੀਆਂ ਪਾਈਆਂ। ਇਹ ਫਿਰ 10ਵੇਂ ਹਿੱਸੇ ਵਿੱਚ ਆਉਂਦਾ। ਤੋ ਅੱਜ ਦੇ ਵਕਤ ਇਤਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ, ਹੋਈਆਂ ਭੁੱਲਾਂ ਗਲਤੀਆਂ ਦੀ ਮੁਆਫੀ। ਸਤਿਗੁਰੂ ਜੀ ਸਾਨੂੰ ਇਹ ਦਾਤਾਂ ਬਖਸ਼ਣ, ਅਸੀਂ ਮਹਾਰਾਜ ਦਾ ਸਾਰਾ ਹੀ ਇਤਿਹਾਸ ਵਿਚਾਰਦੇ ਰਹੀਏ। ਮੈਨੂੰ ਤਾਂ ਇਹਨਾਂ ਇਤਿਹਾਸ ਪੜ੍ਹ ਕੇ ਬਹੁਤ ਜ਼ਿਆਦਾ ਆਨੰਦ ਆਉਂਦਾ। ਤਾਂ ਹੀ ਕਰਕੇ ਮੈਂ ਸੰਗਤ ਨੂੰ ਬੇਨਤੀ ਕਰ ਦਿੰਦਾ ਨਾ ਵੀ ਤੁਸੀਂ ਚਾਹ ਪਾਣੀ ਵਰਤਾਓ ਅਤੇ ਛਕੋ, ਅਤੇ ਜਿਨ੍ਹਾਂ ਨੂੰ ਕੋਈ ਕੰਮ ਆ ਉਹ ਜਾਓ, ਅਤੇ ਮੈਂ ਮਹਾਰਾਜ ਦੇ ਗੁਣ ਗਾਈ ਜਾਵਾਂ। ਅਤੇ ਇਹਦੇ ਨਾਲ ਲਾਭ ਇੰਨਾ ਕੁ ਹੁੰਦਾ ਵੀ ਮੈਂ ਤੁਹਾਨੂੰ ਦੱਸ ਨਹੀਂ ਸਕਦਾ। ਐਡਮਿੰਟਨ ਦੇ ਵਿੱਚ ਨਾ, ਅਲਬਰਟਾ ਸਟੇਟ ਕੈਨੇਡਾ 'ਚ, ਉੱਥੇ ਨਾ ਨਵਾਂ ਗੁਰਦੁਆਰਾ ਸਾਹਿਬ ਖੁੱਲ੍ਹਿਆ। ਇੰਨੀ ਬਰਫ਼ ਜੰਮੀ ਹੋਇਆ ਕਰਨੀ, ਗੁਰਦੁਆਰੇ ਕਿਸੇ ਨੇ ਨਾ ਆਇਆ ਕਰਨਾ। ਉੱਥੇ ਮੈਂ ਇਕੱਲੇ ਨਹੀਂ ਕਥਾ ਕਰ ਲਿਆ ਕਰਨੀ। ਮੈਂ ਕਿਹਾ ਵੀ ਮਹਾਰਾਜ ਤੇ ਸੁਣਦੇ ਆ ਨਾ, ਨਾਲੇ ਆਪਣਾ ਅਭਿਆਸ ਹੁੰਦਾ। ਜਦੋਂ ਆਪਾਂ ਇਤਿਹਾਸ ਪੜ੍ਹਦੇ ਹਾਂ, ਹੁਣ ਕਿੰਨੀਆਂ ਗੱਲਾਂ ਨਵੀਆਂ ਦਾ ਪਤਾ ਲੱਗਦਾ। ਅੱਜ ਅਸੀਂ ਇਹ ਪੜ੍ਹਿਆ, ਮੰਨ ਲਓ ਇਹ ਤੁਹਾਡੀ ਜਾਣਕਾਰੀ 'ਚ ਵਾਧਾ ਹੁੰਦਾ। ਇਹੋ ਜਿਹੀਆਂ ਗੱਲਾਂ ਪਤਾ ਲੱਗਦੀਆਂ ਜਿਹੜੀਆਂ ਪਤਾ ਹੀ ਕਿਸੇ ਨੂੰ ਨਹੀਂ। ਅੱਜ ਮੈਂ ਪਹਿਲੀ ਵਾਰੀ ਆ ਸਿੱਖਿਆ ਵਾ ਵੀ ਜਦੋਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਢਿਲਵਾਂ ਦੇ ਵਿੱਚ ਗਏ, ਉੱਥੇ ਪ੍ਰਿਥੀ ਚੰਦ ਦੀ ਕੁੱਲ ਦੇ ਵਿੱਚੋਂ ਇੱਕ ਕੌਲਾ ਨਾਮ ਦਾ ਕੋਈ ਸੇਵਕ ਹੋਇਆ। ਇੱਕ ਤਾਂ ਆਪਾਂ ਕੌਲਾਂ ਗੁਰੂ ਹਰਗੋਬਿੰਦ ਸਾਹਿਬ ਦੇ ਸਮੇਂ ਜਿਹੜੇ ਬੀਬੀ ਹੋਏ ਉਹ ਆ, ਇਹ ਕੌਲਾਂ ਪ੍ਰਿਥੀ ਚੰਦ ਦੀ ਕੁੱਲ ਦੇ ਵਿੱਚੋਂ ਅੱਗੇ ਕੋਈ ਹੋਏ ਆ। ਅਤੇ ਉਹਨਾਂ ਨੇ ਮਹਾਰਾਜ ਨੂੰ ਕਿਹਾ ਵੀ ਸਤਿਗੁਰੂ ਜੀ ਤੁਸੀਂ ਨੀਲਾ ਬਾਣਾ ਪਹਿਨਿਆ ਵਾ, ਉਹੀ ਨੀਲਾ ਬਾਣਾ ਜਿਹੜਾ ਤੁਸੀਂ ਗਨੀ ਖਾਂ ਅਤੇ ਨਬੀ ਖਾਂ ਅਤੇ ਮਾਛੀਵਾੜੇ ਤੋਂ ਪਹਿਨ ਕੇ ਆਏ ਸੀ। ਹੋ ਸਕਦਾ ਮਹਾਰਾਜ ਨੇ ਹੋਰ ਵੀ ਬਸਤਰ ਬਦਲੇ ਹੋਣ, ਮਹਾਰਾਜ ਰਾਏ ਇਕੱਲੇ ਰਹੇ ਆ। ਅਤੇ ਉਹਨੇ ਕਿਹਾ ਮਹਾਰਾਜ ਤੁਸੀਂ ਨਾ ਚਿੱਟੇ ਬਸਤਰ ਪਹਿਨ ਲਓ, ਅਤੇ ਉਹ ਮਹਾਰਾਜ ਨੇ ਉਹਦੇ ਚਿੱਟੇ ਬਸਤਰ, ਸਫੈਦ ਬਸਤਰ ਪ੍ਰਵਾਨ ਕਰ ਲਏ। ਅਤੇ ਜਿਹੜਾ ਗੁਰੂ ਸਾਹਿਬ ਨੇ ਨੀਲਾ ਚੋਲਾ ਪਾਇਆ ਸੀ, ਉਹ ਮਹਾਰਾਜ ਨੇ ਉਹਦੀਆਂ ਲੀਰਾਂ ਕਰਕੇ ਅਤੇ ਅੱਗ 'ਚ ਸੁੱਟੀ ਗਏ। ਮਹਾਰਾਜ ਦੇ ਕੌਤਕ ਆ, ਅਤੇ ਉਹ ਅੱਗ ਵਿੱਚ ਸੜੀ ਗਿਆ, ਉਹਦੇ ਟੁਕੜੇ ਕੱਪੜੇ ਦੇ, ਉਹਦੇ ਵਿੱਚੋਂ ਕਹਿੰਦੇ ਇੱਕ ਲੀਰ ਵੱਧ ਗਈ। ਉਹ ਭਾਈ ਮਾਨ ਸਿੰਘ ਨੇ ਚੁੱਕ ਕੇ ਮਹਾਰਾਜ ਦਾ ਬਸਤਰ ਹੈ ਜੇ ਸਤਿਕਾਰ ਵਜੋਂ ਆਪਣੀ ਦਸਤਾਰ ਦੇ ਵਿੱਚ ਟੰਗ ਲਈ, ਅਤੇ ਉਹ ਫਿਰ ਜਿਹੜਾ ਉਹ ਨੀਲਾ ਬਸਤਰ ਟੰਗਿਆ, ਤਾਂ ਹੀ ਫਿਰ ਜਿਹੜੇ ਨਿਹੰਗ ਸਿੰਘ ਉਹ ਨੀਲੇ ਫਰਲੇ ਸਿਰ ਦੇ ਉੱਤੇ ਸਜਾਉਂਦੇ ਆ, ਉਹ ਸਜਾਦ ਨੂੰ ਮੁੱਖ ਰੱਖਦਿਆਂ ਹੋਇਆਂ। ਕਈ ਵਾਰੀ ਸਾਨੂੰ ਇਹਨਾਂ ਗੱਲਾਂ ਦਾ ਪਤਾ ਨਹੀਂ ਹੁੰਦਾ। ਤੋ ਇਸ ਤਰ੍ਹਾਂ ਜਦੋਂ ਇਤਿਹਾਸ ਨੂੰ ਵਿਚਾਰਦੇ ਹਾਂ, ਅਤੇ ਅਸੀਂ ਤਾਂ ਬਸ ਨਾ ਜਿਹੜੀ ਮਾਘੀ ਹੈ 1 ਘੰਟੇ ਜੀ ਮਨਾ ਲੈਂਦੇ ਹਾਂ। ਭਲੇ ਉਹ ਗੁਰੂ ਦਾ ਸਾਰਾ ਇਤਿਹਾਸ ਪੜ੍ਹਨਾ ਹੋਵੇ ਤਾਂ ਮਹੀਨੇ ਲੱਗ ਜਾਂਦੇ ਆ। ਇਸ ਵਾਸਤੇ ਗੁਰੂ ਦਾ ਸਾਰਾ ਇਤਿਹਾਸ ਸੁਣਿਆ ਕਰੀਏ, ਵੱਧ ਤੋਂ ਵੱਧ ਆਨੰਦ ਮਾਣਿਆ ਕਰੀਏ। ਸਤਿਗੁਰੂ ਜੀ ਫਿਰ ਜੈਤੋਂ ਗਏ, ਜੈਤੋ ਤੋਂ ਬਾਅਦ ਫਿਰ ਮਹਾਰਾਜ ਇੱਧਰ ਖਿਦਰਾਣੇ ਦੀ ਢਾਬ ਵੱਲ ਜਾ ਰਹੇ ਆ। ਅਤੇ ਉਦੋਂ ਇਹ ਸ਼ਹਿਰ ਪਿੰਡ ਸੜਕਾਂ ਥੋੜ੍ਹੀ ਹੁੰਦੀਆਂ ਸੀ, ਸਾਰੇ ਪਾਸੇ ਜੰਗਲ ਹੀ ਜੰਗਲ, ਰੇਤ ਹੀ ਰੇਤ, ਅਤੇ ਇਹਨੂੰ ਕਹਿੰਦੇ ਸੀ ਜੰਗਲ ਦੇਸ਼ ਮਾਲਵੇ ਨੂੰ। ਤਾਂ ਹੀ ਮਹਾਰਾਜ ਨੇ, ਗੁਰੂ ਸਾਹਿਬ ਨੇ ਉਹਨੂੰ ਸੇਵਕ ਕਪੂਰੇ ਨੂੰ ਕਿਹਾ। ਮਹਾਰਾਜ ਨੇ ਕਿਹਾ ਕਿ ਕੋਈ ਸਿਆਣਾ ਜਿਹਾ ਬੰਦਾ ਘੱਲ ਸਾਡੇ ਨਾਲ, ਉਹ ਸਾਨੂੰ ਰਸਤਾ ਦੱਸੇ, ਅਸੀਂ ਖਿਦਰਾਣੇ ਦੀ ਢਾਬ ਦੇ ਉੱਤੇ ਪਹੁੰਚ ਜਾਈਏ। ਅਤੇ ਮਾਘੀ ਦਾ ਜਿਹੜਾ ਜੰਗ ਆ ਇਹ ਗਰਮੀਆਂ ਦੇ ਵਿੱਚ ਹੋਇਆ ਵਾ, ਗਰਮੀਆਂ ਦੇ ਵਿੱਚ। ਉੱਥੇ ਕਿਉਂਕਿ ਪੀਣ ਨੂੰ ਕਿਤੇ ਪਾਣੀ ਨਹੀਂ ਸੀ ਲੱਭਦਾ, ਬਹੁਤ ਮੁਸ਼ਕਲ ਸੀ, ਅਤੇ ਮਾਲਵਾ ਦੇਸ਼ ਜੰਗਲ ਦੇਸ਼। ਅਤੇ ਤਾਂ ਫਿਰ ਪੰਥ ਨੇ ਫੈਸਲਾ ਕੀਤਾ ਵੀ ਜਿਹੜਾ ਮੁਕਤਸਰ ਦਾ ਜੋੜ ਮੇਲਾ ਇਹ ਜੰਗ ਆ, ਇਹ ਆਪਾਂ ਮਾਘੀ ਵਾਲੀ ਸੰਗਰਾਂਦ 'ਤੇ ਮਨਾ ਲਿਆ ਕਰੀਏ। ਜੰਗ ਹੋਇਆ ਗਰਮੀਆਂ 'ਚ ਅਤੇ ਮਨਾਉਂਦੇ ਅਸੀਂ ਫਿਰ ਇਹਨੂੰ ਸਿਆਲ ਦੇ ਵਿੱਚ ਆ। ਅੱਜ ਦੇ ਵਕਤ ਇਤਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ। ਸਤਿਗੁਰੂ ਸੱਚੇ ਪਾਤਸ਼ਾਹ ਕਿਰਪਾ ਕਰਨ, ਇਹ ਆਪਣੀ ਹੈਬਿਟ, ਆਪਣੀ ਆਦਤ ਬਣਾਓ ਵੀ ਆਪਣੀ ਜ਼ਿੰਦਗੀ ਵਿੱਚ ਇੱਕ ਤਾਂ ਗੁਰੂ ਗ੍ਰੰਥ ਸਾਹਿਬ ਦਾ ਸਾਰਾ ਪਾਠ ਸੁਣਨਾ, ਸਾਰਾ ਹੀ ਇੱਦਾਂ ਦੀ ਆਦਤ ਬਣਾਓ, ਇੱਦਾਂ ਦੇ ਨਿਸ਼ਾਨੇ ਰੱਖੋ ਵੀ ਇੱਕ ਤਾਂ ਗੁਰੂ ਗ੍ਰੰਥ ਸਾਹਿਬ ਦਾ ਮੈਂ ਸਾਰਾ ਹੀ ਪਾਠ ਅਰਥਾਂ ਦੇ ਸਮੇਤ ਹੌਲੀ ਹੌਲੀ ਸੁਣਨਾ, ਅਤੇ ਦੂਸਰਾ ਸਾਰਾ ਇਤਿਹਾਸ ਸੁਣਨਾ, ਜਨ ਮਹਾਰਾਜ ਦੇ ਪ੍ਰਕਾਸ਼ ਤੋਂ ਲੈ ਕੇ ਅਤੇ ਸਾਰਾ ਹੀ, ਅਤੇ ਉਹ ਗੁਰੂ ਮਹਾਰਾਜ ਸੇਵਾ ਲੈਂਦੇ ਰਹਿਣ। ਇਹ ਜਿਹੜੀ ਕਥਾ ਸਿਰਫ ਆਪਾਂ ਇੱਥੇ ਹੀ ਨਹੀਂ ਸੁਣਦੇ। ਹੁਣ ਕੱਲ੍ਹ ਵਾਲੀ ਕਥਾ ਮੈਨੂੰ ਰਿਪੀਟ ਕਰਨੀ ਪਈ, ਛੇਤੀ ਮੈਂ ਪੜ੍ਹਿਆ, ਕਿਉਂਕਿ ਕੱਲ੍ਹ ਮੈਂ ਰਿਕਾਰਡਿੰਗ ਨਹੀਂ ਕਰ ਸਕਿਆ। ਇਹ ਪਤਾ ਨਹੀਂ ਕਿੱਥੇ ਕੋਈ ਸਿੰਘ ਸੁਣਦੇ ਆ। ਅਜੇ ਕੱਲ੍ਹ ਸ਼ਾਮੀ ਮੈਨੂੰ ਫੋਨ ਆਇਆ ਲੁਧਿਆਣੇ ਤੋਂ, ਉਹ ਕਹਿੰਦੇ ਜੀ ਅਸੀਂ YouTube 'ਤੇ ਸਰਚ ਕੀਤਾ ਵੀ ਇੱਕ ਪੁਰਾਣਾ ਗ੍ਰੰਥ ਹੁੰਦਾ ਸੀ ਜ਼ਿੰਦਗੀ ਬਿਲਾਸ, ਭਲਾ ਕਿਤੇ ਉਹ ਲੱਭਦਾ ਵਾ।
ਕਹਿੰਦੇ ਅਸੀਂ ਉੱਥੇ ਲਿਖਿਆ ਜ਼ਿੰਦਗੀ ਵਿਲਾਸ, ਉੱਥੇ ਨਾਲ ਤੁਹਾਡਾ ਨਾਮ, ਤੁਹਾਡਾ ਨੰਬਰ ਅਤੇ ਤੁਹਾਡੀ ਕੀਤੀ ਹੋਈ ਕਥਾ ਆ ਗਈ। ਫਿਰ ਕਹਿੰਦੇ ਅਸੀਂ ਆਸਟ੍ਰੇਲੀਆ ਵਿਦੇਸ਼ਾਂ ਤੋਂ ਕਿੰਨੇ ਸਿੰਘ ਆਏ, ਸਾਰਿਆਂ ਨੇ ਬਹਿ ਕੇ ਅਸੀਂ TV ਦੇ ਵਿੱਚ ਸੁਣੀ। ਫਿਰ ਮੈਨੂੰ ਕਹਿੰਦੇ ਜੀ ਉਹ 100 ਸਾਲ ਪੁਰਾਣਾ ਗ੍ਰੰਥ ਆ, ਉਹ ਸਾਨੂੰ ਤੁਸੀਂ ਭੇਜ ਦਿਓ। ਉਹ ਮੈਂ ਕਿਹਾ ਜੀ ਤੁਹਾਨੂੰ ਮੈਂ ਅੱਜ ਭੇਜ ਦਿਆਂਗਾ। ਮੇਰਾ ਕਹਿਣ ਦਾ ਭਾਵ ਇਹ ਆ, ਜਿਹੜੇ ਪਿਆਸੇ ਆ, ਜਿਹੜੇ ਜਾਣਨ ਵਾਲੇ ਆ, ਉਹ ਪੁਰਾਣੇ ਗ੍ਰੰਥ ਸਾਡੇ ਅਲੋਪ ਹੋਈ ਜਾਂਦੇ ਆ, ਉਹ ਫਿਰ ਸੁਣਦੇ ਨੇ। ਮੇਰਾ ਕਹਿਣ ਦਾ ਭਾਵ ਵੀ ਅਸੀਂ ਆਪ ਵੀ ਇਸ ਤਰ੍ਹਾਂ ਦੀ ਆਦਤ ਬਣਾਈਏ। ਜੇ ਕੋਈ ਬੰਦਾ ਨਾ ਵੀ ਕਥਾ ਕਰਨ ਵਾਲਾ ਹੋਵੇ ਅਤੇ ਤੁਸੀਂ ਇੱਥੇ ਜਿੱਦਾਂ ਵੀ 7:30-8 ਵਜੇ ਤੱਕ ਗੁਰਦੁਆਰਾ ਸਾਹਿਬ ਖੁੱਲ੍ਹਾ ਰੱਖਦੇ ਹੋ, ਬਾਹਰਲੇ ਸਪੀਕਰ ਬੰਦ ਕਰਕੇ ਅੰਦਰੇ ਬੇਸ਼ੱਕ ਰੇਡੀਓ 'ਤੇ ਕਥਾ ਲਾ ਛੱਡਿਆ ਕਰੋ। ਜਿਹੜੇ ਹੈ ਨਾ ਉਹ ਆਪਣਾ ਰਾਧਾ ਸੁਆਮੀ ਆਪਣੇ ਪਰਿਵਾਰ, ਉਹ ਕੀ ਕਰਦੇ, ਐਤਵਾਰ ਵਾਲੇ ਦਿਨ ਸਾਰੇ ਟਿਕ ਕੇ ਬਹਿ ਜਾਂਦੇ ਆ ਅਤੇ ਕੈਸਟ ਲਾ ਲੈਂਦੇ ਆ, ਉਹ ਰਿਕਾਰਡਿੰਗ ਕਥਾ ਹੀ ਸੁਣ ਲੈਂਦੇ ਆ। ਗੱਲ ਤਾਂ ਹੁੰਦੀ ਉਪਦੇਸ਼ ਲੈਣ ਦੀ। ਤੋ ਮਹਾਰਾਜ ਕਿਰਪਾ ਕਰਨ। ਹੋਈਆਂ ਭੁੱਲਾਂ ਗਲਤੀਆਂ ਦੀ ਮੁਆਫੀ। ਫਤਿਹ ਪ੍ਰਵਾਨੋ ਜੀ। ਵਾਹਿਗੁਰੂ ਜੀ ਕਾ ਖਾਲਸਾ